ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਓਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵਨਿਧ ਦਰਿਆਉ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ। ਨਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਸਦਕਾ ਗੁਰਬਾਣੀ ਕਥਾ ਸੰਥਿਆ ਕਲਾਸ ਵਿੱਚ ਆਪਾਂ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀ ਰਹਿਮਤ ਸਦਕਾ 18 ਪੌੜੀਆਂ ਸੰਪੂਰਨ ਹੋਈਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਦੇ ਅੰਦਰ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਾਂਤਕੀ ਸ੍ਰਿਸ਼ਟੀ ਵਰਣਨ ਕੀਤੀ ਸੀ, ਫਿਰ ਮਹਾਰਾਜ ਜੀ ਨੇ ਤਾਮਸੀ ਸ੍ਰਿਸ਼ਟੀ ਜਿਹੜੀ ਆ ਉਹਦਾ ਵਰਣਨ ਕੀਤਾ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਹਦੇ ਅੰਦਰ ਦੱਸਿਆ ਸੀ ਸਿੱਧਾਂ ਦੇ ਬੇਨਤੀ ਕਰਨ ਤੋਂ ਕਿ ਜਦੋਂ ਮਹਾਰਾਜ ਨੂੰ ਪੁੱਛਿਆ, ਮਹਾਰਾਜ ਤਮੋ ਗੁਣੀ ਜਿਹੜੀ ਸ੍ਰਿਸ਼ਟੀ ਆ ਉਹਦਾ ਵੀ ਆਪ ਕਿਰਪਾ ਕਰਕੇ ਜਿਹੜਾ ਹੈ ਉਹ ਵਰਣਨ ਕਰੋ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਜਿਹੜੇ ਅਸੰਖ ਮੂਰਖ ਅੰਧ ਘੋਰ
ਜਿਹੜੇ ਬਦੀ ਵੱਲ ਲੱਗੇ ਹੋਏ ਆ। ਅਣਗਿਣਤੀ ਮੂਰਖ ਤੇ ਅੰਨੇ ਘੋਰ ਮੂਰਖਾਂ ਦੇ ਸਿਰ ਮੂਰਖ ਅਗਿਆਨੀ ਹਨ। ਅਣਗਿਣਤੀ ਮਹਾਰਾਜ ਕਹਿੰਦੇ ਚੋਰ ਹੈ ਤੇ ਹੋਰ ਧਰਮ ਦੇ ਵਿਰੁੱਧ ਤਰੀਕਿਆਂ ਨਾਲ ਪੈਸਾ ਇਕੱਤਰ ਕਰਕੇ ਹਰਾਮ ਖਾਣ ਵਾਲੇ ਵੀ, ਕਿਉਂਕਿ ਧਰਮ ਦੇ ਵਿਰੁੱਧ ਜਿਹੜੇ ਤਰੀਕੇ ਹੁੰਦੇ ਆ ਉਹਨਾਂ ਨੂੰ ਕੋਈ ਕਰੇ, ਪੈਸਾ ਇਕੱਠਾ ਕਰੇ ਤੇ ਉਹ ਹਰਾਮ ਹੁੰਦਾ। ਤੇ ਅਣਗਿਣਤੀ ਜ਼ੋਰ ਜ਼ੁਲਮ ਕਰਨ ਵਾਲੇ ਤੇ ਜੋ ਜਬਰੀ ਹਕੂਮਤਾਂ ਕਰਕੇ ਅੰਤ ਮਰ ਜਾਂਦੇ ਹਨ। ਅਣਗਿਣਤ ਹੀ ਗਲੇ ਕੱਟਣ ਵਾਲੇ ਹਥਿਆਰੇ ਹਨ, ਹੱਤਿਆ ਹੀ ਕਰਦੇ ਰਹਿੰਦੇ ਹਨ। ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਇਹਨਾਂ ਦੀ ਜਿਹੜੀ ਗਿਣਤੀ ਹੈ ਨਾ ਉਹ ਨਹੀਂ ਆਉਂਦੀ, ਅਣਗਿਣਤੀ ਹੈ ਸਾਰੇ। ਤੇ ਅਣਗਿਣਤੀ ਹੋਰ ਅਨੇਕ ਤਰ੍ਹਾਂ ਦੇ ਪਾਪੀ ਹਨ ਜੋ ਪਾਪਾਂ ਨੂੰ ਗੁਨਾਹਾਂ ਨੂੰ ਕਰਦੇ ਮਰ ਜਾਂਦੇ ਆ। ਅਣਗਿਣਤੀ ਝੂਠ ਵਿੱਚ ਰਚੇ ਹੋਏ ਝੂਠੇ ਲੋਕ ਹਨ ਜੋ ਝੂਠ ਦੇ ਫੇਰਾਂ ਵਿੱਚ ਹੀ ਪਏ ਘੁਮਾਟੇ ਖਾਂਦੇ ਰਹਿੰਦੇ ਆ। ਅਣਗਿਣਤ ਹੀ ਮਲੇਛ ਹਨ ਜੋ ਗੰਦੇ ਬੋਲ ਆਪਣੇ ਮੁਖ ਤੋਂ ਬਕਦੇ, ਭੈੜੇ ਨਿੰਦਾ ਦੇ ਬੋਲ ਕਹਿੰਦੇ ਅਤੇ ਗੰਦੀਆਂ ਚੀਜ਼ਾਂ ਨੂੰ ਖਾਂਦੇ ਆ। ਅਣਗਿਣਤ ਹੀ ਨਿੰਦਾ ਕਰਨ ਵਾਲੇ ਆ ਜੋ ਨਿੰਦਿਆ ਦਾ ਭਾਰ ਆਪਣੇ ਸਿਰ ਤੇ ਚੁੱਕਦੇ ਹਨ। ਇਹ ਨੀਚ ਕਰਮਾਂ ਵਾਲਿਆਂ ਦੀ ਵਿਚਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਹੀ ਹੈ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਪੌੜੀ ਦੇ ਅਖੀਰ ਦੇ ਵਿੱਚ ਵਾਹਿਗੁਰੂ ਜੀ ਦੇ ਅੱਗੇ ਸੰਬੋਧਨ ਹੋ ਕੇ ਕਿ ਮਹਾਰਾਜ ਅਸੀਂ ਆਪ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਤੇ ਆਪ ਤੋਂ ਜਿਹੜਾ ਵਾਰਨੇ ਬਲਿਹਾਰਨੇ ਜਾਂਦੇ ਹੋਏ ਮਹਾਰਾਜ ਤੁਹਾਡੇ ਹੁਕਮ ਵਿੱਚ ਭਲਾ ਕਰਕੇ ਸੀਸ ਝੁਕਾਉਂਦੇ ਹਾਂ, ਕਿਉਂਕਿ ਜੋ ਤੁਹਾਨੂੰ ਪਾਉਂਦਾ ਹੈ ਉਹੀ ਭਲਾ ਹੈ, ਉਹੀ ਕਾਰ ਚੰਗੀ ਹੈ। ਤੁਸੀਂ ਸਦਾ ਰਹਿਣ ਵਾਲੇ ਇਹ ਵਾਹਿਗੁਰੂ ਇੱਕ ਰਸ ਮਾਇਕੀ ਆਕਾਰਾਂ ਤੋਂ ਰਹਿਤ ਹੋ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਨੇ, ਤੇ ਜਿਹੜੀ ਸੀ ਇਹ ਤਾਮਸੀ ਸ੍ਰਿਸ਼ਟੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਵਰਣਨ ਕੀਤੀ। ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਹੈ ਰਾਜਸੀ ਸ੍ਰਿਸ਼ਟੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਦੇ ਆ। ਇਹ ਧਰਤੀ ਦੇ ਉੱਪਰ ਵਰਤ ਰਹੀ ਸਾਰੀ ਸ਼ਕਤੀ ਦਾ ਜੋ ਪਸਰ ਰਹੀ ਹੈ, ਉਹਦਾ ਤਾਣ ਸੁੰਦਰਤਾ ਮਿਲ ਰਹੀਆਂ ਦਾਤਾਂ ਸਤਿਗੁਰੂ ਜੀ ਨੇ ਇਹ 16ਵੀਂ ਪੌੜੀ 'ਚ ਵੀ ਪਿੱਛੇ ਦਰਸਾਈਆਂ ਸੀ। ਉਹਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਇੱਕ ਵਾਰੀ ਫੇਰ ਧਰਤੀ ਤੇ ਵਸ ਰਹੇ ਮਹਾਨ ਪੁੰਨੀਆਂ ਮਹਾਨ ਪਾਪੀਆਂ ਦੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਹੁਣ 17ਵੀਂ 18ਵੀਂ 'ਚ ਜਿਹੜਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਤੇ ਹੁਣ 19ਵੀਂ ਪੌੜੀ ਵਿੱਚ ਦੱਸਦੇ ਹਨ ਕਿ ਸਾਡੀ ਪਹੁੰਚ ਤੋਂ ਵੀ ਪਰੇ ਅਨੇਕਾਂ ਲੋਕ ਹਨ ਜਿੱਥੇ ਸਾਡੀ ਪਹੁੰਚ ਨਹੀਂ, ਉਹਨਾਂ ਦੇ ਟਿਕਾਣੇ ਜਿੱਥੇ ਉਹ ਹਨ ਉਹਨਾਂ ਦੇ ਨਾਉ ਸਾਡੀ ਗਿਆਤ ਵਿੱਚ ਨਹੀਂ ਹਨ। ਗੋਇਆ ਧਰਤੀ ਦੀ ਵਿਸ਼ਾਲਤਾ ਦੱਸ ਕੇ ਹੁਣ ਬ੍ਰਹਿਮੰਡ ਦੀ ਵਿਸ਼ਾਲਤਾ ਵਿੱਚ ਵੀ ਚੱਲਦੀ ਨਜ਼ਰ ਪਵਾਉਂਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਨੇ ਧਰਤੀ ਦੀ ਬਾਬਤ ਸਾਨੂੰ ਦੱਸਿਆ ਨਾ ਥੱਲੇ, ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਸਾਡੀ ਪਹੁੰਚ ਨਹੀਂ ਉਹਦੀ ਬਾਬਤ ਵੀ ਦੱਸਦੇ ਜਿਹਦਾ ਜੀਵ ਨੂੰ ਗਿਆਤ ਹੀ ਨਹੀਂ, ਪਤਾ ਹੀ ਨਹੀਂ। ਭਾਵ ਇਹ ਹੈ ਕਿ ਕੁਦਰਤ ਦੇ ਰੰਗ ਦੇਖ ਕੇ ਵਿਸਮਾਦ ਵਿੱਚ ਗਿਆਨ ਨੂੰ ਸਰੂਰ ਆਉਂਦਾ ਹੈ, ਉਹਦਾ ਰਸ ਭਰਦਾ ਹੈ, ਲਿਵ ਲੱਗਦੀ ਹੈ। ਪਰ ਕੁਦਰਤ ਦੇ ਨਿਰੇ ਵੇਰਵੇ ਗਿਣਦੇ ਗਿਣਦੇ ਸਿਰ ਥੱਕ ਜਾਂਦਾ ਹੈ। ਗਿਣ ਤੇ ਦੱਸਣਾ ਹਉਂ ਦਾ ਕੰਮ ਹੈ, ਫਿਰ ਗਿਣ ਨਾਲ ਹਉਂ ਵੱਧਦੀ ਹੈ ਕਿ ਮੈਂ ਬੜਾ ਜਾਣਕਾਰ ਹਾਂ। ਇਉਂ ਹਉਂ ਦਾ ਭਾਰ ਵੀ ਸਿਰ ਤੇ ਚੜ੍ਹਦਾ ਹੈ। ਜੇਕਰ ਕਿ ਇਕੱਲਾ ਗਿਣੀ ਜਾਵੇ ਨਾ ਤੇ ਕੀ ਇਸ ਦਾ ਤਾਤਪਰਜ ਹੈ ਕਿ ਕੁਦਰਤ ਦਾ ਜ਼ਿਕਰ ਹੀ ਜਿਹੜਾ ਹੈ ਮਨੇ ਹੈ? ਨਹੀਂ, ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਕਾਦਰ ਦੀ ਕੁਦਰਤ ਨੂੰ ਵੇਖ ਕਰਕੇ ਕਾਦਰ ਦੇ ਵਿੱਚ ਅਭੇਦ ਹੋਣਾ ਚਾਹੀਦਾ ਹੈ, ਕਿਉਂਕਿ ਇਕੱਲਾ ਵਾਹਿਗੁਰੂ ਵਾਹਿਗੁਰੂ ਜੇ ਇਕੱਲਾ ਆਪਾਂ ਗਿਣਤੀ ਕਰੀਏ ਤੇ ਮਨ ਦੇ ਅੰਦਰ ਹੰਕਾਰ ਵੱਧਦਾ ਹੈ। ਇਹ ਮਹਾਰਾਜ ਸਾਹਿਬ ਜੀ ਅੱਗੇ ਦੱਸਣਗੇ ਸਤਿਗੁਰੂ ਜੀ, ਕਿਉਂਕਿ ਜੋ ਕੁਝ ਅਸੀਂ ਦੇਖਦੇ ਹਾਂ ਹੁਣ ਵਗਦੀ ਹਵਾ ਮਨੁੱਖ ਨੂੰ ਆਮ ਨੂੰ ਹਵਾ ਹੀ ਪ੍ਰਤੀਤ ਹੋ ਰਹੀ ਹੈ, ਤੇ ਪਰ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਹਵਾ ਦੇ ਵਿੱਚ ਵੀ ਅਸਚਰਜਤਾ ਹੀ ਦਿਸਦੀ ਹੈ, ਵਿਸਮਾਦ ਹੈ, ਆਨੰਦ ਹੈ, ਸੁੱਖ ਹੈ। ਇਸ ਕਰਕੇ ਉਹ ਪਰਮੇਸ਼ਰ ਦੀ ਜਿਹੜੀ ਹੈ ਅਗੰਮ ਜਿਹੜੀ ਸਾਡੇ ਪਹੁੰਚ ਤੋਂ ਪਰਾਂ ਦੀਆਂ ਦੁਨੀਆ ਹੈ ਉਹ ਰਚੀ ਹੋਈ, ਉਹਦੇ ਬਾਰੇ ਵਿਚਾਰ ਕੇ ਉਹਦੇ ਵਿੱਚ ਅਭੇਦ ਹੁੰਦੇ ਆ। ਇਸ ਤਰ੍ਹਾਂ ਇਹ ਸਮਝਣਾ। ਤੇ ਆਪਾਂ ਪਹਿਲਾਂ ਪਾਠਾਂ ਦੇ ਬਾਰੇ
ਜਿਹੜਾ ਹੈ ਉਹ ਵਿਚਾਰ ਕਰ ਲਈਏ ਤੇ ਫਿਰ ਆਪਾਂ ਅੱਗੇ ਤੁਰਦੇ ਹਾਂ। ਅਸੰਖ ਨਾਭ ਵਿਸ਼ਰਾਮ ਲੱਗਦਾ, ਅਸੰਖ ਥਾਵ, ਅਗੰਮ ਅਗੰਮ। ਇੱਥੇ ਅਗਮ ਅਗਮ ਨਹੀਂ ਪੜ੍ਹਨਾ। ਕਈ ਵਾਰੀ ਨਾ ਜਦੋਂ ਪਾਠ ਮੂੰਹ ਤੇ ਚੜਿਆ ਹੁੰਦਾ ਤੇ ਉਹ ਟਿੱਪੀ ਬੋਲਦੇ ਨਹੀਂ। ਅਗਮ ਅਗਮ ਅਸੰਖ ਲੋ, ਅਗੰਮ ਅਗੰਮ ਅਸੰਖ ਲੋ, ਗੰਮ ਟਿੱਪੀ ਲਾ ਕੇ ਅਗੰਮ ਅਗੰਮ ਅਸੰਖ ਲੋ, ਅਗੰਮ ਅਗੰਮ ਤੇ ਵਿਸ਼ਰਾਮ ਲੱਗਦਾ ਹੈ। ਲੋ ਜੇ ਹੋੜਾ ਇਕੱਲਾ ਹੋਵੇ ਲੱਗਾ ਤੇ ਫਿਰ ਲੋ, ਲੋ ਐੜਾ ਮੁਕਤਾਵਾ ਨਾਲ, ਲੋਆ ਨਹੀਂ ਪੜ੍ਹਨਾ, ਲੋ। ਜੇ ਇਕੱਲਾ ਹੋੜਾ ਤੇ ਲੋ, ਤੇ ਜੇ ਐੜਾ ਲੱਗਾ ਲੋ, ਐੜਾ ਮੁਕਤਾ ਲਾਉਣਾ ਨਾਲ, ਲੋਆ ਨਹੀਂ ਕਹਿਣਾ। ਅਸੰਖ ਕਹੇ, ਕਹੇ ਦੋਵੇਂ ਹਾਹੇ ਲਾਉਣੇ। ਇਹਨਾਂ ਦਾ ਉਚਾਰਨ ਥੋੜਾ ਜਿਹਾ ਜਦੋਂ ਨਹੀਂ ਸੰਥਿਆ ਕੀਤੀ ਹੁੰਦੀ ਤੇ ਹਾਹਿਆਂ ਦਾ ਉਚਾਰਨ ਬੜਾ ਜਿੱਦਾਂ ਮਹਿੰਗਾ ਜਾਪਦਾ। ਮੈਂ ਦੱਸਿਆ ਸੀ ਨਾ ਵੀ ਕਠਨ ਨਹੀਂ ਆਪਾਂ ਕਹਿੰਦੇ, ਉਹ ਜਦੋਂ ਸੰਥਿਆ ਆਪਾਂ ਸ਼ੁਰੂ ਕੀਤੀ ਸੀ। ਤੇ ਸਮਝ ਲੈਣਾ ਕਿ ਜਿਹਨੂੰ ਇੰਗਲਿਸ਼ 'ਚ ਤੁਸੀਂ ਡਿਫੀਕਲਟ ਕਹਿ ਦਿੰਦੇ ਆ ਤੇ ਪਰ ਮਹਿੰਗਾ ਹੈ। ਤੇ ਇਉਂ ਕਹੇ, ਅਸੰਖ ਕਹੇ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰੀ ਤੇ ਵਿਸ਼ਰਾਮ ਲੱਗ ਜਾਣਾ, ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਇਹਨਾਂ ਨੇ ਸਿਹਾਰੀ ਲਾਉਣੀ। ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ। ਤਿਵ ਤਿਵ ਨਹੀਂ ਕਹਿਣਾ, ਇਹ ਬਿਹਾਰੀ ਲੱਗ ਜਾਂਦੀ ਫਿਰ। ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ। ਇਹ ਉਚਾਰਨ ਮਾਤਰ ਸੇ। ਜੇ ਤੁਸੀਂ ਕਹਿ ਦੋਗੇ ਵਿਣ ਨਾਵੈ ਫਿਰ ਨਹਾਉਣ ਦਾ ਅਰਥ ਹੋ ਜਾਣਾ। ਵਿਣ ਨਾਵੈ ਨਾਮ ਦਾ ਅਰਥ ਹੈ ਇੱਥੇ। ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਬਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ, ਇਹ ਪਾਠਾਂ ਦਾ ਉਚਾਰਨ ਹੈ। ਹਾਹਿਆਂ ਦੇ ਨਾਲ ਮਾਤਰਾ ਲੱਗੀ ਉਹਨੂੰ ਸਪਸ਼ਟਤਾ ਨਾਲ ਉਚਾਰਨ ਕਰਨਾ ਤੇ ਮੁਕਤਾ ਐੜਾ, ਇਹ ਧਿਆਨਯੋਗ ਦੇਣ ਯੋਗ ਪਾਠ ਹਨ। ਇਹਨਾਂ ਨੂੰ ਤੁਸੀਂ ਵਿਚਾਰ ਕੇ ਤੇ ਜਿਹੜਾ ਹੈ ਇਹਨਾਂ ਦਾ ਉਚਾਰਨ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਜੀ ਪਰਮੇਸ਼ਰ ਦੇ ਨਾਮ ਤੇ ਜਿੱਥੇ ਉਹ ਵਸਦਾ ਹੈ ਉਹ ਥਾਂ ਵੀ ਦੱਸੋ, ਕਿਤਨੇ ਕੁ ਹਨ। ਮਹਾਰਾਜ ਜੀ ਨੂੰ ਪੁੱਛਿਆ ਉਹਨਾਂ ਨੇ ਤੇ ਗੁਰੂ ਸਾਹਿਬ ਜੀ ਨੇ ਫਿਰ ਇਹ ਬਖਸ਼ਿਸ਼ ਕੀਤੀ, ਅਸੰਖ ਨਾਵ ਅਸੰਖ ਥਾਵ। ਪਰਮੇਸ਼ਰ ਦੇ ਨਾਮਾਂ ਬਾਰੇ ਕਹਿੰਦੇ ਦੱਸੋ ਤੇ ਜਿੱਥੇ ਵਸਦਾ ਪਰਮੇਸ਼ਰ ਉਹ ਦੱਸੋ। ਤੇ ਸਤਿਗੁਰੂ ਜੀ ਕਹਿੰਦੇ ਸਿੱਧੋ ਪਰਮੇਸ਼ਰ ਦੇ ਨਾਮ ਅਸੰਖ ਹੀ ਹਨ, ਅਣਗਿਣਤੀ ਹਨ। ਪਰਮੇਸ਼ਰ ਦੇ ਨਾਮ ਗਿਣੇ ਜਾ ਸਕਦੇ। ਕੀਰਤਮ ਨਾਮ ਕਥੇ ਤੇਰੇ ਜੇਬਾ, ਇਹ ਕੀਰਤਮ ਨਾਮ ਜਿਹੜੇ ਆ ਨਾ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੀਭਾਂ ਨਾਲ ਕਥਨ ਹੁੰਦੇ ਆ ਜਿਹੜੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਤੁਐ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ। ਜਿਹੜੇ ਕਰਮ ਵਿੱਚ ਆ ਰਹੇ ਆ, ਜਿਵੇਂ ਕਿਰਪਾ ਕਰਦੇ ਆ ਤੇ ਵਾਹਿਗੁਰੂ ਜੀ ਨੂੰ ਕਿਰਪਾਲੂ ਕਿਹਾ ਹੈ, ਦਇਆ ਕਰਦੇ ਆ ਦਿਆਲੂ ਕਿਹਾ ਹੈ, ਜੇ ਪ੍ਰੇਮ ਨਾਲ ਆਪਣੇ ਆਪ ਨੂੰ ਭਗਤ ਦੇ ਪਿਆਰ ਵਿੱਚ ਬਣਾ ਲੈਂਦੇ ਆ ਤੇ ਦਮੋਦਰ ਕਿਹਾ ਹੈ। ਹਾਂਜੀ, ਜੇ ਮੱਧ ਕੀਟਬ ਨੂੰ ਮਾਰਿਆ ਸੀ ਤੇ ਮਧੂਸੂਦਨ ਕਿਹਾ ਹੈ। ਇਹ ਸਾਰੇ ਗੁਰਬਾਣੀ 'ਚ ਨਾਂ ਆਉਂਦੇ ਆ। ਰਮਿਆ ਹੋਇਆ ਹਰ ਥਾਂ ਦੇ ਉੱਤੇ ਤੇ ਰਾਮ ਕਿਹਾ ਹੈ। ਹਾਂਜੀ, ਜਿਹੜਾ ਹੈ ਅਗਿਆਨਤਾ ਰੂਪੀ ਹਨੇਰਾ ਨਹੀਂ, ਇਸ ਕਰਕੇ ਕ੍ਰਿਸ਼ਨ ਕਿਹਾ ਹੈ। ਤੋ ਇਹ ਕੀਰਤਮ ਨਾਮ ਨੇ ਜਿਹੜੇ ਜਾਤੀ ਗੁਣ ਕਿਰਿਆ ਸੰਬੰਧ ਵਿਅਕਤੀ ਕਰਕੇ ਕੀਰਤਨ ਨਾਮ ਪੈਂਦੇ ਹਨ। ਜਿਵੇਂ ਜਾਤੀ ਕਰਕੇ ਰਘੂਵੰਸ਼ ਜਾਦਵੰਸ਼ੀ ਇਹ ਆਦਿ, ਗੁਣ ਕਰਕੇ ਸਿਆਮ ਸੁੰਦਰ ਆਦਿਕ, ਕਿਰਿਆ ਕਰਕੇ ਜਿਵੇਂ ਰੱਸੀ ਨਾਲ ਪੇਟ ਬਣਾਉਣਾ ਜਿਵੇਂ ਮੈਂ ਜ਼ਿਕਰ ਕੀਤਾ ਦਮੋਦਰ ਆਦਿਕ, ਸੰਬੰਧ ਕਰਕੇ ਸੀਆ ਪਤੀ ਜਿਵੇਂ ਸ਼੍ਰੀ ਰਾਮ ਚੰਦਰ ਜੀ ਨੂੰ ਕਹਿੰਦੇ ਸੀਗਾ। ਇਸ ਪ੍ਰਕਾਰ
ਵਿਅਕਤੀ ਕਰਕੇ 52 ਅਵਤਾਰ ਜਿਵੇਂ ਹੋਏ, ਸਹੰਸਰਨਾਮੇ ਜਿਹੜੇ ਅਣਗਿਣਤ ਨਾਮ ਮਹਾਰਾਜ ਜੀ ਨੇ ਕਹੇ ਆ, ਇਹ ਸ਼ਬਦ ਸਤਿਗੁਰੂ ਜੀ ਨੇ ਉਹਦੇ ਵਿੱਚ ਗਿਣੇ ਆ ਨਾਮ। ਅਚੁੱਤ, ਪਰਮੇਸ਼ਰ, ਅੰਤਰਜਾਮੀ, ਮਧਸੂਦਨ, ਦਾਮੋਦਰ, ਰਿਸ਼ੀਕੇਸ਼, ਗੋਵਰਧਨ ਧਾਰੀ, ਧਰਣੀ ਧਰ, ਈਸ਼, ਬਨਵਾਲੀ, ਚੱਕਰਪਾਣ ਆਦਿ। ਤੇ ਸ੍ਰੀ ਜਾਪ ਸਾਹਿਬ ਵਿੱਚ ਵੀ ਬੇਅੰਤ ਨਾਮ ਕਹੇ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਜਿਵੇਂ ਚਾਚਰੀ ਛੰਦ ਤਵੈ ਪ੍ਰਸਾਦ ਵਿੱਚ ਮਹਾਰਾਜ ਕਹਿੰਦੇ ਆ, ਗੋਬਿੰਦੇ ਮੁਕੰਦੇ, ਉਦਾਰੇ ਅਪਾਰੇ, ਹਰੀਅੰ ਕਰੀਅੰ, ਨਿਰਨਾਮੇ ਅਕਾਮੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਕਿਹਾ ਵੀ ਸਾਰੇ ਨਾਮ ਜਿਹੜੇ ਆ ਨਾ, ਇਹ ਵਾਹਿਗੁਰੂ ਤੇਰੇ ਕਥਨ ਨਹੀਂ ਕੀਤੇ ਜਾ ਸਕਦੇ। ਏਕ ਜੀਹ ਗੁਣ ਕਵਨ ਵਖਾਨੈ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਜਿਹੜਾ ਸ਼ੇਸ਼ਨਾਗ ਆ ਨਾ, ਉਹ ਵੀ ਇਹ ਕਹਿੰਦੇ ਆ ਵੀ ਵਾਹਿਗੁਰੂ ਦੇ ਜਿਹੜੇ ਆ 10,000 ਉਹਦੀ ਜੀਭਾ ਹੈ, ਤੇ ਇੱਕ ਨਾਮ ਜਿਹੜਾ ਉਚਾਰਨ ਕਰਦਾ ਨਾ, ਦੁਬਾਰਾ ਨਹੀਂ ਉਸ ਨਾਮ ਨੂੰ ਉਹ ਉਚਾਰਨ ਕਰਦਾ। ਤੇ ਉਹਦੀ ਬਾਬਤ ਕਿਹਾ, ਰਟਤ ਅਬ ਲਗ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਵੀ ਹੁਣ ਤੱਕ ਵੀ ਸ਼ੇਸ਼ਨਾਗ ਵਾਹਿਗੁਰੂ ਦੇ ਨਾਮ ਦੀ ਰੱਟ ਲਾ ਰਿਹਾ ਹੈ। ਤੇ ਸਤਿਗੁਰੂ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਕਿਹਾ, ਤੁਮਰਾ ਤਉ ਨਾ ਪਾਵਤ ਪਾਰਾ। ਇਹ ਵਾਹਿਗੁਰੂ ਤੇਰਾ ਤਾਂ ਵੀ ਉਹ ਪਾਰਾਵਾਰ ਅੰਤ ਜਿਹੜਾ ਹੈ ਨਾ, ਉਹ ਨਹੀਂ ਪਾ ਸਕਦਾ। ਤੇ ਹਰ ਰੋਜ਼ ਹਜ਼ਾਰਾਂ ਹੀ ਨਾਮਾਂ ਨੂੰ ਉਚਾਰਨ ਕਰਦਾ ਹੈ, ਵਾਹਿਗੁਰੂ ਦਾ ਅੰਤ ਪਾਰਾਵਾਰ ਉਸ ਕੋਲੋਂ ਪਾਇਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਜੀ ਕਿਹਾ ਹੈ, ਨਵਤਨ ਨਾਮ ਜਪੈ ਦਿਨ ਰਾਤੀ, ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ। ਇੱਕ ਵੀ ਵਾਹਿਗੁਰੂ ਦਾ ਜਿਹੜਾ ਨਾ ਉਹ ਗੁਣ ਨਹੀਂ ਕਹਿ ਸਕਦੇ। ਇਹਨਾਂ ਵਾਹਿਗੁਰੂ ਜੀ ਦੇ ਨਾਮ ਜਿਹੜੇ ਆ ਉਹ ਗਿਣੇ ਨਹੀਂ ਜਾ ਸਕਦੇ। ਅਣਗਿਣਤ ਹੀ ਨਾਮ ਹਨ ਪਰਮੇਸ਼ਰ ਦੇ। ਸਿੱਧਾਂ ਨੇ ਪੁੱਛਿਆ, ਨਾਮ ਕਿੰਨੇ ਆ ਪਰਮੇਸ਼ਰ ਦੇ? ਮਹਾਰਾਜ ਕਹਿੰਦੇ, ਅਸੰਖ ਨਾਮ। ਜਿਹੜੇ ਨਾਮ ਹਨ ਨਾ, ਉਹ ਅਸੰਖ ਹੀ ਆ, ਅਣਗਿਣਤ ਹੀ ਹਨ ਨਾਮ। ਉਹ ਕਹੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਅਸੰਖ ਥਾਵ। ਉਸ ਦੇ ਦੱਸਣ ਵਾਲੇ ਅਸੰਖ ਅਣਗਿਣਤ ਹੀ ਥਾਂ ਮੰਨੇ ਹਨ। ਕੋਈ ਜਿਵੇਂ ਮੰਨਦੇ ਆ, ਜਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਮੁਤਾਬਕ ਵੀ ਦੱਸਿਆ। ਕੋਈ ਖੀਰ ਸਮੁੰਦਰ ਵਿੱਚ ਮੰਨਦਾ, ਕੋਈ ਬੈਕੁੰਠ ਵਿੱਚ ਮੰਨਦਾ, ਤੇ ਹਿੰਦੂ ਕੇਵਲ ਦੱਖਣ ਦੇਸ਼ ਹਰੀਕਾ ਬਾਸਾ ਜਿਵੇਂ ਮੰਨਦੇ ਆ। ਮੁਸਲਮਾਨ ਕਹਿੰਦੇ ਆ ਪੱਛਮ ਅੱਲਾਹ ਮੁਕਾਮਾ, ਕਿ ਉਹ ਕਹਿੰਦੇ ਪੱਛੋ ਜੀ ਪਰਮੇਸ਼ਰ ਰਹਿੰਦਾ ਹੈ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਵਾਇਓ। ਕੋਈ ਸਤਵੇਂ ਪਤਾਲ ਚ ਮੰਨਦਾ, ਕੋਈ ਕਹਿੰਦਾ ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਫਿਰ ਭਗਤਾਂ ਨੇ ਕਿਹਾ ਇਉਂ ਮੰਨਦੇ ਆ। ਤੇ ਉਸ ਨੂੰ ਇੱਕ ਦੇਸੀ ਮੰਨਦਾ, ਕੋਈ ਜੋਗੀ ਕੇਵਲ 10ਵੇਂ ਦੁਆਰ ਚ ਹੀ ਮੰਨਦੇ ਹਨ। ਜੋਗੀ ਸੁੰਨ ਦੇ ਜਿਹੜਾ ਹੈ ਧਿਆਵਨ ਦੇ ਵਿੱਚ ਜਿਹੜਾ ਹੈ, ਮਹਾਰਾਜ ਨੇ ਆਖਿਆ, ਜੋਗੀ ਸੁੰਨ ਧਿਆਵਨ ਜੇਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਕੋਈ ਕੈਲਾਸ਼ ਪਰਬਤ ਤੇ ਮੰਨਦਾ ਹੈ, ਪਰ ਸਤਿਗੁਰਾਂ ਨੇ ਸਰਬ ਵਿਆਪੀ ਕਿਹਾ। ਜਿਮੀ ਜਮਾ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਉਹ ਇੱਕ ਥਾਂ ਤੇ ਨਹੀਂ ਵਸਦਾ। ਜਿਵੇਂ ਕੋਈ ਕਹੇ ਕਿ ਦੱਖਣ 'ਚ ਹੀ ਵਸਦਾ ਹੈ, ਜਾਂ ਮੁਸਲਮਾਨ ਕਹਿਣ ਮੱਕੇ 'ਚ ਹੀ ਵਸਦਾ ਹੈ। ਮਹਾਰਾਜ ਕਹਿੰਦੇ ਅਸੰਖ ਨਾਵ ਅਸੰਖ ਥਾਵ। ਉਹਦੇ ਰਹਿਣ ਵਾਲੇ ਥਾਂ ਵੀ ਅਸੰਖ ਹੀ ਆ, ਗਿਣੇ ਨਹੀਂ ਜਾ ਸਕਦੇ। ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ, ਮਹਾਰਾਜ ਨੇ ਕਿਹਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਹੱਬ ਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ। ਜਿਵੇਂ ਜਿਹੜਾ ਹੈ ਘੜਾ, ਉਹ ਪਾਣੀ ਦਾ ਭਰ ਕੇ ਰੱਖਿਆ ਹੋਵੇ, ਤੇ ਜਿੰਨੇ ਘੜਿਆਂ 'ਚ ਪਾਣੀ ਪਾ ਦੋਗੇ, ਤੇ ਆਕਾਸ਼ 'ਚ ਚੜ੍ਹਿਆ ਚੰਦਰਮਾ ਉਹ ਸਾਰਿਆਂ ਘੜਿਆਂ 'ਚ ਦਿਖਾਈ ਦੇਣ ਲੱਗ ਪੈਣਾ। ਤੇ ਪਰ ਉੱਥੇ ਕੋਈ ਕਹੇ ਕਿ ਇਹ ਘੜੇ 'ਚ ਚੰਦਰਮਾ ਹੈ ਨਹੀਂ ਆ, ਜੇ ਹੈ ਨਹੀਂ ਤੇ ਦਿਸ ਕਿਵੇਂ ਰਿਹਾ? ਦਿਸ ਰਿਹਾ ਉਹਦੇ ਵਿੱਚ ਦੀ। ਤੇ ਜੇ ਕਹੇ ਕਿ ਹੈਗਾ, ਮੈਂ ਇਹਨੂੰ ਕੱਢਣਾ ਹੈ ਬਾਹਰ, ਤੇ ਫਿਰ ਉਹਨੂੰ ਕੱਢ ਨਹੀਂ ਸਕਦਾ, ਕਿਉਂਕਿ ਉੱਥੇ ਹੁੰਦਾ ਹੋਇਆ ਵੀ ਉੱਥੇ ਹੈ ਨਹੀਂ ਆ, ਉਹਦਾ ਪ੍ਰਤੀਬਿੰਬ ਪੈ ਰਿਹਾ ਹੈ। ਹਾਂਜੀ, ਇਹ ਸਮਝਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਵੀ ਸਾਰਿਆਂ ਦੇ ਅੰਦਰ ਜੋਤ ਸਮਾ ਰਹੀ ਹੈ ਵਾਹਿਗੁਰੂ ਦੀ। ਜਿਸ ਤਰ੍ਹਾਂ ਜਲ ਦੇ ਵਿੱਚ ਪ੍ਰਤੀਬਿੰਬ
ਘੜੇ ਦੇ ਵਿੱਚ ਜਲ ਤੇ ਜਲ ਦੇ ਵਿੱਚ ਪ੍ਰਤੀਬਿੰਬ ਪੈ ਰਿਹਾ ਚੰਦਰਮਾ ਦਾ। ਮਹਾਰਾਜ ਨੇ ਕਿਹਾ ਸਭਨੀ ਥਾਈ ਰਵਿਆ ਆਪ। ਇਸ ਕਰਕੇ ਬੈਕੁੰਠ ਵਿੱਚ, ਬ੍ਰਹਮ ਲੋਕ ਵਿੱਚ, ਪਤਾਲ ਸਮੁੰਦਰ, ਦੱਖਣ ਪੱਛਮ ਚਾਰੇ ਕੁੰਟਾਂ 'ਚ ਸਭ ਧਰਮ ਅਸਥਾਨਾਂ ਅਤੇ ਦਸਵੇਂ ਦਵਾਰ ਆਦਿਕ ਸਭਨਾਂ ਥਾਵਾਂ ਦੇ ਉੱਤੇ ਵਸਦਾ ਹੈ। ਉਹਦੇ ਅਣਗਿਣਤੀ ਥਾਂ ਹਨ। ਫਿਰ ਮਹਾਰਾਜ ਨੇ ਇਹ ਵਾਹਿਗੁਰੂ ਦੇ ਗੁਰਮਤਿ ਅਨੁਸਾਰ ਜੋ ਸਤਿਗੁਰੂ ਜੀ ਨੇ ਰਹਿਣ ਦੇ ਥਾਂ ਦੱਸੇ ਨਿਰੰਕਾਰ ਦੇ, ਮਹਾਰਾਜ ਨੇ ਕਿਹਾ ਪ੍ਰਭ ਜੀ ਵਸੈ ਸਾਧ ਕੀ ਰਸਨਾ। ਸਾਧੂ ਦੀ ਰਸਨਾ ਤੇ ਮੇਰਾ ਵਾਹਿਗੁਰੂ ਵਸਦਾ ਹੈ। ਤੇ ਸਾਧੂ ਦੇ ਨੇਤਰਾਂ ਵਿੱਚ ਵੀ ਮਹਾਰਾਜ ਕਹਿੰਦੇ ਤੇ ਹਿਰਦੇ ਵਿੱਚ ਵੀ ਵਾਹਿਗੁਰੂ ਵਸਦਾ ਹੈ। ਹਾਂਜੀ, ਜਿਵੇਂ ਕਿਹਾ ਪ੍ਰੀਤਮ ਵਸਤ ਰਿਦ ਮਹਿ ਖੋਰ, ਜਿਹੜੀ ਹਿਰਦੇ ਰੂਪੀ ਖੋੜ ਹੈ ਨਾ ਗੁਫਾ, ਉਹਦੇ ਅੰਦਰ ਵਾਹਿਗੁਰੂ ਵਸਦਾ ਹੈ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਭਾਈ ਪਰਮੇਸ਼ਰ ਦੇ ਜਿਹੜੇ ਰਹਿਣ ਵਾਲੇ ਥਾਂ ਆ ਨਾ, ਉਹ ਬੇਅੰਤ ਹੀ ਹੈ, ਅਨੰਤ ਹੀ ਹੈ। ਉਹਨਾਂ ਥਾਵਾਂ ਨੂੰ ਗਿਣਿਆ ਨਹੀਂ ਜਾ ਸਕਦਾ। ਫਿਰ ਮਹਾਰਾਜ ਦੇ ਰਹਿਣ ਦਾ ਸਤਿਗੁਰੂ ਜੀ ਨੇ ਜਿਵੇਂ ਜਦੋਂ ਬਖਸ਼ਿਸ਼ ਕੀਤੀ ਤੇ ਕਿਹਾ ਸਿੱਖ ਪੰਜਨ ਮੈਂ ਮੇਰੋ ਵਾਸਾ। 10ਵੇਂ ਪਾਤਸ਼ਾਹ ਕਹਿੰਦੇ ਅਸੀਂ ਪੰਜਾਂ ਦੇ ਵਿੱਚ ਵਸਾਂਗੇ। ਇਉਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਗਰੀਬ ਨਵਾਜ ਜੀ ਨੇ ਦੱਸਿਆ ਕਿ ਪਰਮੇਸ਼ਰ ਦੇ ਰਹਿਣ ਦੇ ਥਾਂ ਕਿਹੜੇ ਆ। ਤੇ ਸਤਿਗੁਰੂ ਜੀ 6ਵੇਂ ਪਾਤਸ਼ਾਹ ਜੀ ਜਦੋਂ ਦਿੱਲੀ ਗਏ ਸੀ ਨਾ, ਤਦੋਂ ਵਜ਼ੀਰ ਖਾਨ ਨੇ ਪੁੱਛਿਆ ਕਿ ਮਹਾਰਾਜ ਦਾ ਡੇਰਾ ਕਿੱਥੇ ਕਰੀਏ। ਤਾਂ ਉਸਨੇ ਸ਼ਰਧਾ ਭਾਵਨਾ ਨਾਲ ਕਈ ਥਾਂ ਜਿਹੜੇ ਮਹਾਰਾਜ ਨੂੰ ਦੱਸੇ ਕਿ ਵੀ ਇੱਥੇ ਮਹਾਰਾਜ ਤੁਸੀਂ ਜਿਹੜਾ ਹੈ ਉਹ ਡੇਰਾ ਕਰੋ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੱਸਿਆ ਕਿ ਅਸੀਂ ਤਾਂ ਜਿਹੜੇ ਪ੍ਰੇਮੀ ਆ ਨਾ, ਉਹਨਾਂ ਦੇ ਹਿਰਦੇ 'ਚ ਹੀ ਡੇਰਾ ਕਰਦੇ ਵਜ਼ੀਰ ਖਾਂ ਸਦਾ, ਅਸੀਂ ਉੱਥੇ ਹੀ ਰਹਿੰਦੇ ਹਾਂ। ਤੇ ਜਿਹੜੇ ਜਿੱਥੇ ਪਰਮੇਸ਼ਰ ਦਾ ਵਾਸ ਹੈ ਆਪਣਾ, ਉਹਨਾਂ ਥਾਵਾਂ ਨੂੰ ਵੀ ਆਪਾਂ ਗਿਣ ਨਹੀਂ ਸਕਦੇ। ਮਹਾਰਾਜ ਨੇ ਕਿਹਾ ਥਾਵਾ ਨਾਵ ਨਾ ਜਾਣੀ ਇਹ, ਨਾਵਾ ਕੇਵੜ ਨਾਓ, ਜਿੱਥੈ ਵਸੈ ਮੇਰਾ ਪਾਤਸ਼ਾਹੋ, ਸੋ ਕੇਵੜ ਹੈ ਥਾਓ। ਅਣਗਿਣਤ ਹੀ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਥਾਂ ਅਣਗਿਣਤ ਹੀ ਨਾਮ ਦੇ ਜਪਣ ਵਾਲੇ ਆ, ਤੇ ਉਹਨਾਂ ਨੂੰ ਪ੍ਰਾਪਤ ਹੋਣ ਵਾਲੇ ਵੀ ਅਣਗਿਣਤ ਹੀ ਬੈਕੁੰਠ ਬ੍ਰਹਮ ਲੋਕ ਆਦਿਕ ਥਾਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾ ਤਾਂ ਸਿੱਧੋ ਪਰਮੇਸ਼ਰ ਦੇ ਨਾਵਾਂ ਨੂੰ ਗਿਣਿਆ ਜਾ ਸਕਦਾ ਹੈ, ਤੇ ਨਾ ਹੀ ਉਹਨਾਂ ਥਾਵਾਂ ਨੂੰ ਗਿਣਿਆ ਜਾ ਸਕਦਾ ਜਿੱਥੇ ਵਾਹਿਗੁਰੂ ਜੀ ਦਾ ਵਾਸ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਅੱਗੇ ਫਰਮਾਨ ਕੀਤਾ ਅਗੰਮ ਅਗੰਮ ਅਸੰਖ ਲੋ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਅਗੰਮ ਸ਼ਬਦ ਹੈ ਨਾ, ਜਿਸ ਤੱਕ ਪਹੁੰਚ ਨਾ ਹੋਵੇ, ਜਿਸ ਦੀ ਗਿਆਤ ਨਾ ਹੋਵੇ, ਗਿਣਤੀ ਤੋਂ ਰਹਿਤ ਪਰਮੇਸ਼ਰ ਜਿਹੜਾ ਸ਼ਾਸਤਰਾਂ ਕਰਕੇ ਉਹ ਅਗੰਮ ਹੈ, ਵੇਦਾਂ ਕਰਕੇ ਅਗੰਮ ਹੈ, ਅਤੇ ਜਿਹੜੀ ਹੈ ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਤੋਂ ਪਰੇ ਹੈ, ਇਸ ਕਰਕੇ ਅਗੰਮ ਕਿਹਾ। ਜੇ ਤਾਂ ਮਨ ਦੇ ਸੰਕਲਪ 'ਚ ਹੋਵੇ ਤਾਂ ਮਨ ਫੁਰਨਾ ਕਰ ਲੈ ਵੀ ਇਹੋ ਜਿਹਾ, ਮਨ ਦੀ ਪਹੁੰਚ ਤੋਂ ਨਹੀਂ, ਅਸ਼ੁੱਧ ਮਨ ਤੋਂ ਪਰੇ ਆ ਉਹ। ਜੇ ਇੰਦਰੀਆਂ ਦਾ ਵਿਸ਼ਾ ਹੋਵੇ ਤੇ ਜੇ ਰੰਗ ਹੋਵੇ ਤੇ ਫਿਰ ਅੱਖਾਂ ਨਿਰਣਾ ਕਰ ਲੈਣ ਕਿ ਕਿਹੜਾ ਲਾਲ ਹੈ, ਚਿੱਟਾ ਹੈ, ਕਾਲਾ ਹੈ, ਕਿਹੜਾ ਰੰਗ ਹੈ ਹੀ ਨਹੀਂ। ਤੇ ਜੇ ਤਾਂ ਕੋਈ ਆਵਾਜ਼ ਹੋਵੇ ਤੇ ਕੰਨ ਸੁਣ ਲੈਣ ਵੀ ਆਹ ਪਰਮੇਸ਼ਰ ਵਾ, ਉਹ ਨਹੀਂ ਨਿਰਣਾ ਨਹੀਂ ਕਰ ਸਕਦੇ ਕੰਨ ਵੀ, ਇੰਦਰੀਆਂ ਦੇ ਪਕੜ 'ਚ ਨਹੀਂ ਜਦੋਂ ਹੈ। ਤੇ ਸਵਾਦ ਹੋਵੇ ਤਾਂ ਰਸਨਾ ਚੱਖ ਲਵੇ, ਹਾਂਜੀ, ਤੇ ਜੇ ਸਪਰਸ਼ ਕੀਤਾ ਜਾਂਦਾ ਹੋਵੇ ਤਾਂ ਚਮੜੀ ਪਰਸ ਲਵੇ। ਵਾਹਿਗੁਰੂ ਜੀ ਇੰਦਰੀਆਂ ਦੇ ਵੀ ਅਗੋਚਰ ਵਾ, ਉਹਨਾਂ ਨੂੰ ਜਾਣਿਆ ਨਹੀਂ ਜਾ ਸਕਦਾ। ਹਾਂ, ਮਹਾਰਾਜ ਨੇ ਕਿਹਾ ਅਗਮ ਅਗੋਚਰ ਪਕੜਿਆ ਗੁਰ ਸ਼ਬਦੀ। ਜਿਹੜਾ ਉਹ ਅਗਮ ਅਗੋਚਰ ਪਰਮੇਸ਼ਰ ਹੈ ਨਾ, ਗੁਰੂ ਜੀ ਦੇ ਸ਼ਬਦ ਨਾਲ ਪਕੜ ਵਿੱਚ ਆਉਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਸ ਕਰਕੇ ਪਰਮੇਸ਼ਰ ਜਿਹੜਾ ਨਾ, ਉਹ ਮਨ ਦੀ ਵੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਤੇ ਪਰਮੇਸ਼ਰ ਦੇਵਤਿਆਂ ਕਰਕੇ ਵੀ ਅਗੰਮ ਹੈ, ਦੈਂਤਾਂ ਕਰਕੇ ਵੀ ਅਗੰਮ ਹੈ, ਅਤੇ ਲੋਕਾਂ ਕਰਕੇ, ਮਨੁੱਖਾਂ ਕਰਕੇ ਵੀ ਅਗੰਮ ਹੈ। ਉਸ ਦੇ ਨਿਰਗੁਣ ਸਰੂਪ ਦਾ ਨਾਮ ਸਰਗੁਣ ਸਰੂਪ ਦੇ ਉਪਾਸਕਾਂ ਵੱਲੋਂ ਅਗੰਮ ਹਨ, ਨਾ ਹੀ ਨਹੀਂ ਜਾਣੇ ਜਾ ਸਕਦੇ, ਅਤੇ ਸਰਗੁਣ ਦੇ ਨਾਮ ਨਿਰਗੁਣ ਦੇ ਉਪਾਸਕਾਂ ਵੱਲੋਂ ਅਗੰਮ ਹਨ। ਲੋਕਾਂ ਨੂੰ ਮਨੁੱਖਾਂ ਤੋਂ ਵੀ ਉਸ ਦੇ ਨਾਮ ਅਸੰਖ ਹੀ ਹਨ, ਅਣਗਿਣਤ ਹੀ ਹਨ, ਗਿਣੇ ਨਹੀਂ ਜਾ ਸਕਦੇ। ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਮਨ ਦੀ ਜਿਹੜੀ ਆ ਨਾ ਗਮਤਾ, ਉਹਦੇ ਵਿੱਚ ਆਉਣ ਵਾਲਾ ਨਹੀਂ, ਮਨ ਦੇ ਕਰਕੇ ਪਕੜਿਆ ਨਹੀਂ ਜਾ ਸਕਦਾ। ਇੰਦਰੀਆਂ ਦੇ ਵੀ ਅਵਿਸ਼ੇ ਹੈ, ਵਾਹਿਗੁਰੂ ਨੂੰ ਇੰਦਰੀਆਂ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ
उस वाहिगुरू नूं पकड़िया नहीं जा सकता है। इउं सच्चे पातशाह महाराज कहते असंख कहे सिर भार होए, अनगिणत ही सिर ते भार होए। जिस सिर दे उत्ते भार भाव सिर परने हो करके कपाली आसन ला के, अर्थ होर तरह भी मतलब दूजे प्रकरण भी समझ लांगे। कपाली आसन ला ला के सिर भार उल्टे लमक लमक के अपने पैर बृछां नाल बन बन के सिर भार हो के भाव माता दे गर्भ विच सिर दे भार होए होए पराबाणी द्वारा सिर परने हो के भाव सारा टिल ला के असंख परमेश्वर दा कहे उचारण करते हैं। सच्चे पातशाह महाराज कहते भाई असंख ही जिहड़े हन वो कहण वाले आ ते जिहड़े आ सिर भार हो करके परमेश्वर दे नाम नूं वो कहिंदे आ। ते जिहड़ा प्रकरण दे मुताबक अर्थ है वो तुसीं समझना। जदों सच्चे पातशाह जी महाराज ने दस्सिया ना भी ये कुदरत दे जिहड़े आ रंग इन्हां नूं गिणिया नहीं जा सकदा। वो कुदरत दे रंग वेख के विस्माद विच चले जांदा मन, ते फिर उहदा आनंद रस भरदा है, लिव लग जांदी है। पर कुदरत दे निरे वेरवे गिणदे गिणदे तां जे गिणन च ही पए रहो तो फिर तां सिर थक जांदा ना। ते जिहड़ा गिणन वाल ही दसण वाल ही पिया रवे ते वो फिर हौं दा काम उहदे अंदर मतलब भी हो जांदा शुरू, अहंकार आ जांदा है। ते फिर गिणन नाल की हौं वधदी है कि मैं बड़ा जाणकार हाँ। जिवें साइंस दे भी कई पढ़ाई पढ़ के ते उस गल नूं समझदे आ कि असीं बहुत कुछ जाण लिया, पर परमेश्वर दी कुदरत नूं तां ਉਹ ਹੀ जान सकदा जिन्हों वाहिगुरू जी आप जणाउंदे आ। इउं फिर ਉਹ ਹੌਂ ਵਧਣ ਨਾਲ ਕੀ ਹੈ, असंख कहे सिर भार होए, सिर दे उत्ते भार चढ़दा है। ਹਾਂਜੀ, इस दा ਇਹ ਤਾਤਪਰਜ है कि कुदरत दा जिक्र ਜਿਹੜਾ है ਉਹ मने नहीं है। कुदरत दा जिक्र करना पर कुदरत दा जिक्र करके कादरत ਜਿਹੜਾ ना ਉਹਦੇ ਵਿੱਚ ਅਭੇਦ ਹੋਣਾ परमेश्वर दी। क्योंकि क्या तू अचरज कुदरत तेरी बिस्मा, आश्चर्य रूप करतार तेरी कुदरत जिहड़ी है ना वो प्यार लाउण वाली है। तेरी जिहदा क्या करते कुदरती मुस्ताक। सो जिहड़ी कुदरत है ना ये बिस्मादी शोह दिंदी है। कुदरती नज़ारे जिथे हुंदे आ, पहाड़ झरना झील, उत्थे मन क्यों ज़्यादा टिकदा है? क्योंकि कादर दी कुदरत नूं वेख के मन विस्माद हुंदा है ते उहदी सिफत सलाह दे विच मन जिहड़ा है ना वो जुड़ जांदा है। ते फिर जदों जुड़ जांदा है ते मन तो मैल लथदी है, ते मन तो मैल लथण दे नाल ते फिर पता लग जांदा कि तू पार ब्रह्म बेअंत सुमामी, तेरी कुदरत कहण ना जाई। ये वाहिगुरू तेरी कुदरत जिहड़ी है ना वो कही नहीं जा सकदी। जो तेरी एक कुदरत विच वरत रहा है उत्थे फिर हंकार नहीं रहिंदा। क्योंकि अंत लैण वाले बन्ने जिहड़ा पैंदा है उहनूं निराशता ही पल्ले पैंदी है। इस करके भार चढ़दा सिर ते। वो करता पुरख दी चरण शरण दे विच प्राप्त हुंदे आ तो विस्माद विच आनंद विच उहनां नूं सुख जिहड़ा है ना वो प्राप्त हुंदा है। सो प्रश्न हुंदा है कि कोई कहना सिर ते सिर भार नहीं ते कोई पुन रूप भी है। इस करके महाराज साहब जी ने अगलियां तुकां विच फिर इहनूं खोलिया है। तो महाराज सच्चे पातशाह दसदे आ कि भाई जिहड़ा कल्ला गिणती वाल ही जिहड़ा है वो पए रहना। इस तरह महाराज सच्चे पातशाह कहंदे आ ये कहणे करके ते केवल गिणतियां मिणतियां च पैण दे नाल फिर सच्चे पातशाह जी महाराज कहंदे भाई ये सिर दे उत्ते जिहड़ा भार है ना वो महाराज कहंदे हुंदा फिर ते भार लाउण लई की है, कुदरत विच कादर नूं वेखीदा है, ਉਹਦੇ नाम विच सुख माणीदा है। इउं सच्चे पातशाह जी महाराज ने आख्या। एक होर प्रकरण दे नाल सुन लैणा। महाराज सच्चे पातशाह जी महाराज ने कहा असंख नाव असंख थाव। सिद्धा ने बेनती की कि सच्चे पातशाह तुसीं पापियां ते पुन्नियां दी हाल दस दित्ती है, किरपा करके उन्हां दे नां ते थां भी दसो। महाराज कहंदे सिद्धो असंख ही पुन्नियां ते पापियां दे नां हन, उन्हां दे नाम ही गिणे नहीं जा सकदे।
ਅਸੰਖੀ ਉਹਨਾਂ ਦੇ ਥਾਂ ਹਨ, ਗਿਣੇ ਨਹੀਂ ਜਾ ਸਕਦੇ। ਕੋਈ ਪੁੰਨੀ ਸਵਰਗਾਂ 'ਚ ਜਾਂਦੇ ਆ, ਪੁੰਨ ਭੋਗ ਕੇ ਪਾਪੀ ਨਰਕਾਂ ਨੂੰ ਜਾਂਦੇ ਆ। ਕਿੱਥੇ ਕਿੱਥੇ ਜਾਂਦੇ ਆ ਪੁੰਨੀ, ਕਿੱਥੇ ਕਿੱਥੇ ਜਾਂਦੇ ਪਾਪੀ, ਉਹਨਾਂ ਥਾਵਾਂ ਨੂੰ ਵੀ ਨਹੀਂ ਦੱਸਿਆ ਜਾ ਸਕਦਾ। ਅਗੰਮ ਅਗੰਮ ਅਸੰਖ ਲੋ, ਅਣਗਿਣਤ ਹੀ ਜਿਹੜੇ ਲੋਕ ਹਨ ਪਾਪੀ ਹਨ, ਉਹਨਾਂ ਨੂੰ ਪੁੰਨੀਆਂ ਦੇ ਲੋਕ ਅਗੰਮ ਹਨ, ਪਾਪੀਆਂ ਨੂੰ ਪੁੰਨੀਆਂ ਦੇ ਲੋਕ ਪਹੁੰਚ ਤੋਂ ਪਰੇ ਆ। ਸਵਰਗ ਲੋਕ, ਬ੍ਰਹਮ ਲੋਕ ਆਦਿਕ, ਉਹ ਪਾਪੀਆਂ ਦੀ ਪਹੁੰਚ, ਉੱਥੇ ਪਾਪੀਆਂ ਦੀ ਪਹੁੰਚ ਨਹੀਂ ਹੋ ਸਕਦੀ। ਜਿਹੜੇ ਲੋਕ ਪੁੰਨੀ ਹਨ ਉਹਨਾਂ ਨੂੰ ਪਾਪੀਆਂ ਦੇ ਲੋਕ ਅਗੰਮ ਹਨ, ਨਰਕ ਜਮਪੁਰੀ ਆਦਿਕ, ਉਹ ਉੱਥੇ ਨਹੀਂ ਜਾਂਦੇ, ਜਾ ਨਹੀਂ ਸਕਦੇ। ਭਾਵ ਜੋ ਪਾਪੀ ਹਨ ਉਹ ਪੁੰਨੀਆਂ ਦੇ ਲੋਕਾਂ ਵਿੱਚ ਨਹੀਂ ਜਾਂਦੇ ਤੇ ਪੁੰਨੀ ਪਾਪੀਆਂ ਦੇ ਲੋਕਾਂ 'ਚ ਨਹੀਂ ਜਾਂਦੇ ਥਾਵਾਂ 'ਚ। ਇਸ ਕਰਕੇ ਅਸੰਖ ਅਣਗਿਣਤ ਹੀ ਲੋਕ ਜਿਹੜੇ ਮਾਤ ਲੋਕ ਦੇ ਜੀਆਂ ਨੂੰ ਬ੍ਰਹਮ ਲੋਕ ਆਦਿਕ ਅਗੰਮ ਹਨ, ਪਰੇ ਹਨ, ਉਹਨਾਂ ਦੀ ਪਹੁੰਚ ਤੋਂ ਹੀ ਪਰੇ ਹਨ, ਤੇ ਇਸੇ ਕਰਕੇ ਕਹਿੰਦੇ ਹੁੰਦਾ ਹੀ ਨਹੀਂ। ਹਾਂਜੀ, ਮਹਾਰਾਜ ਨੇ ਫਿਰ ਕਿਹਾ ਅਸੰਖ ਕਹਿ ਸਿਰ ਭਾਰ ਹੋਏ, ਜਿਹੜਾ ਉਸ ਪਰਮੇਸ਼ਰ ਨੂੰ ਅਸੰਖ ਕਹਿਣਾ ਹੈ ਇਹ ਵੀ ਸਿਰ ਤੇ ਭਾਰ ਹੀ ਹੈ, ਕਿਉਂਕਿ ਗਿਣਤੀ ਤੋਂ ਅਣਗਿਣਤ ਹੈ। ਦੋਵੇਂ ਅਤੇ ਚਿੰਤਾ ਤੇ ਅਚਿੰਤਾ ਦੋਵੇਂ ਹੀ ਮੇਟਣੀਆਂ ਹਨ, ਸੋ ਉਸ ਨੂੰ ਅਸੰਖ ਕਹਿਣਾ ਵੀ ਮਹਾਰਾਜ ਕਹਿੰਦੇ ਸਿਰ ਤੇ ਭਾਰ ਹੋਣਾ ਹੈ, ਕਿਉਂਕਿ ਉਹ ਗਿਣਿਆ ਹੀ ਨਹੀਂ ਜਾ ਸਕਦਾ। ਇਹ ਮਹਾਰਾਜ ਸਾਹਿਬ ਜੀ ਇਸ ਗੱਲ ਨੂੰ ਕੌਣ ਕਹਿੰਦਾ ਹੈ? ਸਤਿਗੁਰੂ ਜੀ ਫਿਰ ਅੱਗੇ ਜਿਹੜਾ ਹੈ ਉਹ ਇਸ ਦਾ ਜ਼ਿਕਰ ਜਿਹੜਾ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਆ, ਤੇ ਪਹਿਲੇ ਪ੍ਰਕਰਣ ਦੇ ਮੁਤਾਬਕ ਜਿਹੜਾ ਹੈ ਉਹ ਤੁਸੀਂ ਸਮਝ ਲੈਣਾ। ਕਿਉਂ ਫਿਰ ਮਹਾਰਾਜ ਸਾਹਿਬ ਜੀ ਨੂੰ ਉਹਨਾਂ ਨੇ ਜਿਹੜਾ ਹੈ ਸਿੱਖ ਮੁਖ ਦੁਆਰਾ ਵੀ ਪ੍ਰਸ਼ਨ ਸਤਿਗੁਰੂ ਜੀ ਉਹਨਾਂ ਦਾ ਉੱਤਰ ਬਖਸ਼ਦੇ ਹਨ। ਜਦੋਂ ਫਲ ਸਰੂਪ ਅਰਥ ਮਹਾਰਾਜ ਸਾਹਿਬ ਜੀ ਨੂੰ ਪੁੱਛਦੇ ਆ, ਜਦੋਂ ਮੰਨ ਲਓ ਸਿੱਖਾਂ ਨੇ ਬੇਨਤੀ ਕੀਤੀ ਆ, ਤੇ ਮਹਾਰਾਜ ਕਹਿੰਦੇ ਅਸੰਖ ਨਾਵ ਅਸੰਖ ਥਾਵ, ਇਹ ਸਿੱਖੋ ਜਿਨ੍ਹਾਂ ਨੇ ਅਸੰਖ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਗੁਰਮੁਖਾਂ ਨੂੰ ਅਸੰਖ ਜੋ ਬ੍ਰਹਮਾ ਦੇ ਸਰੂਪ ਤੋਂ ਵੀ ਪਹੁੰਚ ਤੋਂ ਪਰੇ ਆ ਨਾ, ਮਹਾਰਾਜ ਕਹਿੰਦੇ ਭਾਈ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਵਾਹਿਗੁਰੂ ਦਾ ਨਾਮ ਹੈ, ਜਿਸ ਨਾਮ ਦੀ ਗਿਣਤੀ ਨਹੀਂ ਦੱਸੀ ਜਾ ਸਕਦੀ, ਉਹ ਅਸੰਖ ਹੈ, ਉਹਦੀ ਮਹਿਮਾ ਨਹੀਂ ਕਹੀ ਜਾ ਸਕਦੀ। ਅਸੰਖ ਥਾਵ ਜਿਹੜਾ ਅਣਗਿਣਤ ਹੀ, ਮਹਾਰਾਜ ਕਹਿੰਦੇ ਜਿਸ ਥਾਮ ਦੀ ਗਿਣਤੀ ਨਹੀਂ ਪਾ ਸਕਦੇ, ਤੁਰਿਆ ਪਦ ਜਿਹੜਾ ਉਹਦੀ ਗਮਤਾ ਨਹੀਂ ਪਾਈ ਜਾ ਸਕਦੀ, ਉਹਦੀ ਪ੍ਰਾਪਤੀ ਕਰਾਉਂਦਾ ਹੈ ਪਰਮੇਸ਼ਰ ਦਾ ਨਾਮ। ਉਹ ਸ਼ਾਸਤਰਾਂ ਕਰਕੇ ਵੀ ਤੇ ਵੇਦਾਂ ਕਰਕੇ ਵੀ, ਪ੍ਰਕਿਰਤੀ ਕਰਕੇ ਵੀ, ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਵੀ ਪਰਮੇਸ਼ਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਹੈ ਉਹ ਇੱਦਾਂ ਜਾਣਿਆ ਨਹੀਂ ਜਾ ਸਕਦਾ। ਉਹਦਾ ਸਾਰੇ ਥਾਵਾਂ ਤੇ ਮਹਾਰਾਜ ਕਹਿੰਦੇ ਲੋਕ ਪ੍ਰਕਾਸ਼ ਹੋ ਰਿਹਾ ਹੈ, ਉਸ ਦੀ ਸੱਤਾ ਕਰਕੇ ਸਭ ਕੁਝ ਚੱਲ ਰਿਹਾ ਹੈ। ਜਿਹੜੇ ਅਸੰਖ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਹਨ, ਭਾਵ ਉਚਾਰਦੇ ਹਨ, ਉਹ ਸਿਰ, ਇੱਥੇ ਅਰਥੇ ਸਮਝਣਾ, ਉਹ ਸਿਰ ਸ਼੍ਰੋਮਣੀ ਭਾਰ ਅਧਿਸ਼ਠਾਨ ਸਰੂਪ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ। ਭਾਵ ਸਿਰ ਭਾਰ ਹੋ ਕੇ ਸ਼੍ਰੋਮਣੀ ਪਰਮੇਸ਼ਰ ਨੂੰ, ਜਿਹੜੇ ਸਿਰ ਦਾ ਅਰਥ ਇੱਥੇ ਸ਼੍ਰੋਮਣੀ ਕਰਨਾ, ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਦੀ ਸਾਖਿਆਤਾ ਹੋ ਜਾਂਦੀ ਹੈ। ਤੇ ਹੁਣ ਆਪਾਂ ਫਿਰ ਪਹਿਲੇ ਪ੍ਰਕਰਣ ਵਿੱਚ ਆਈਏ। ਪਹਿਲੇ ਪ੍ਰਕਰਣ ਵਿੱਚ ਆਈਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਅਸੰਖ ਨਾਵ ਅਸੰਖ ਥਾਵ, ਅਣਗਿਣਤ ਹੀ ਹਨ ਉਸਦੇ ਨਾਮ, ਅਣਗਿਣਤ ਹੀ ਹਨ ਉਹਦੇ ਰਹਿਣ ਵਾਲੇ ਥਾਂ, ਗਿਣਿਆ ਨਹੀਂ ਜਾ ਸਕਦਾ ਥਾਵਾਂ ਨਾਵ ਨਾ ਜਾਣੀਏ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ। ਤੇ ਅਗੰਮ ਅਗੰਮ ਅਸੰਖ ਲੋ, ਉਹ ਮਹਾਰਾਜ ਕਹਿੰਦੇ ਭਾਈ ਗਮਤਾ ਤੋਂ ਰਹਿਤ ਹੈ, ਉਹਦੇ ਤੱਕ ਪਹੁੰਚ ਨਹੀਂ ਹੁੰਦੀ, ਨਾ ਮਨ ਦੀ ਨਾ ਇੰਦਰੀਆਂ ਦੀ, ਅਣਗਿਣਤ ਹੈ ਉਹ ਪਰਮੇਸ਼ਰ, ਉਸ ਦੇ ਨਾਮਾਂ ਨੂੰ ਗਿਣਿਆ ਨਹੀਂ ਜਾ ਸਕਦਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਲੋਕ ਹਨ, ਲੋਕਾਂ ਕਰਕੇ ਉਹ ਅਸੰਖ ਹੈ। ਤੇ ਲੋ ਦਾ ਅਰਥ ਪ੍ਰਕਾਸ਼ ਵੀ ਹੈ, ਉਸ ਦੇ ਪ੍ਰਕਾਸ਼ ਦਾ ਵੀ ਮਹਾਰਾਜ ਕਹਿੰਦੇ ਭਾਈ ਅੰਤ ਨਹੀਂ, ਉਹਨੂੰ ਗਿਣਿਆ ਨਹੀਂ ਜਾ ਸਕਦਾ। ਅਸੰਖ ਕਹਿ ਸਿਰ ਭਾਰ ਹੋਏ, ਜੇ ਕੱਲਾ ਅਸੰਖ ਹੀ ਉਹਨੂੰ ਕਹੀਏ ਕਿ ਉਸ ਦੇ ਅਸੰਖ ਗਿਣਤੀ ਨੂੰ ਗਿਣਨ ਵਾਲੇ ਪਾਸੇ ਪੈ ਜਾਈਏ, ਜਿਹੜਾ ਹੈ ਹੀ ਅਸੰਖ ਹੈ, ਉਹਨੂੰ ਗਿਣਿਆ ਹੀ ਨਹੀਂ ਜਾ ਸਕਦਾ, ਤੇ ਫਿਰ ਜੇ ਕੋਈ ਪਏ ਤੇ ਮਹਾਰਾਜ ਕਹਿੰਦੇ ਉਹਦੇ ਸਿਰ ਭਾਰ ਹੋਊਗਾ। ਤੇ ਭਾਵ ਕੱਲਾ ਗਿਣਤੀ ਵੱਲ ਨਹੀਂ ਪੈਣਾ, ਕੁਦਰਤ ਨੂੰ ਜਿਵੇਂ ਹੁਣ ਸਾਇੰਸਦਾਨ ਖੋਜਾਂ ਕਰਦੇ ਆ ਤੇ ਕੇਵਲ ਲੱਭਦੇ ਹੀ ਰਹਿੰਦੇ ਆ, ਭਜਨ 'ਚ ਨਹੀਂ ਨਾ ਜੁੜਦੇ। ਤੇ ਭਜਨ 'ਚ ਜੁੜਨ ਤੇ ਉਹਨਾਂ ਦੇ ਸਿਰ ਤੋਂ ਵੀ ਭਾਰ ਲੱਥ ਜੇ ਹੰਕਾਰ ਦਾ, ਕਿਉਂਕਿ ਉਹਨਾਂ ਨੂੰ ਹਉਮੈ ਚਿੰਬੜਦੀ ਰਹਿੰਦੀ ਹੈ ਤੇ ਦੇਹ ਦਾ ਮਾਣ ਬਣਿਆ ਰਹਿੰਦਾ ਹੈ। ਫਿਰ ਜੇ ਕਰਦੇ ਵੀ ਆ ਤਾਂ ਪ੍ਰਯੋਜਨ ਕੀ ਆ, ਬੜੀਆਂ ਬੜੀਆਂ ਤਨਖਾਹਾਂ ਨੇ, ਫਿਰ ਉਹ ਕਿਸੇ ਦੇ ਵਿਰਲੇ ਦੇ ਆ ਇਹਨਾਂ ਵਿੱਚੋਂ ਵੀ ਜਿਹੜੇ ਕੋਈ
ਧਰਮ ਦੇ ਮੂਜਬ ਖੋਜ ਕਰਦੇ ਆ ਤੇ ਫਿਰ ਉਸ ਗੱਲ ਨੂੰ ਸੱਚ ਮੰਨਦੇ ਆ। ਤੇ ਜਿੱਦਾਂ ਸੁਣਨ 'ਚ ਹੀ ਆਇਆ, ਮੈਂ ਵੇਖਿਆ ਨਹੀਂ ਕਿ ਸੁਣਨ 'ਚ ਆਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਹ ਖੋਜਾਂ ਕਰਦੇ ਆ। ਤੇ ਫਿਰ ਕਿਸੇ ਨੂੰ ਧਰਮ ਮੁਤਾਬਕ ਜਦੋਂ ਬੋਧ ਹੁੰਦਾ ਹੈ ਤੇ ਜੇ ਉਹ ਉਸ ਨੂੰ ਆਪ ਕਮਾ ਲਵੇ ਤੇ ਸਿਰ ਤੋਂ ਭਾਰ ਲੱਥ ਜਾਏਗਾ। ਤੇ ਜੇ ਨਹੀਂ ਕਮਾਉਂਦਾ, ਕੇਵਲ ਗਿਣਨ ਵਾਲੇ ਬੰਨੇ ਪਿਆ ਰਹਿੰਦਾ ਹੈ, ਉਸ ਪਾਸੇ ਪਿਆ ਰਹਿੰਦਾ ਹੈ, ਤੇ ਫਿਰ ਉਹਦੇ ਭਾਰ ਹੋਏ, ਉਹ ਭਾਰ ਉੱਦਾਂ ਹੀ ਵਿਕਾਰਾਂ ਦਾ, ਬੰਧਨਾਂ ਦਾ ਉਹ ਪਿਆ ਹੀ ਰਹਿੰਦਾ ਹੈ। ਇਹ ਬਰੀਕੀ ਨੂੰ ਸਮਝਣਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਭਾਈ ਇਸ ਭਾਰ ਨੂੰ ਲਾਉਣ ਵਾਸਤੇ ਕੀ ਹੈ? ਅੱਖਰੀ ਨਾਮ, ਅੱਖਰੀ ਸਾਲਾਹ। ਅੱਖਰਾਂ ਦੁਆਰਾ ਨਾਮ ਜਪੀਦਾ ਪਰਮੇਸ਼ਰ ਦਾ। ਅੱਖਰਾਂ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ, ਭਗਤੀ, ਬੰਦਗੀ ਹੁੰਦੀ ਹੈ। ਭਾਵ ਬੋਲ ਕੇ, ਉਚਾਰ ਕੇ ਸਭ ਕੁਝ ਹੁੰਦਾ ਹੈ। ਅੱਖਰਾਂ ਜਿਹੜਾ ਨਾ ਅੱਖਰ ਨਾਉ ਕਰਮਾਂ ਦਾ ਹੈ। ਮੱਥੇ ਤੇ ਜਿਹੜੇ ਲਿਖੇ ਅੱਖਰੀ ਚੰਗੇ ਕਰਮਾਂ ਕਰਕੇ ਨਾਮ ਜਪੀਦਾ ਹੈ ਅਤੇ ਅੱਖਰੀ ਲਿਖੇ ਕਰਮਾਂ ਅਨੁਸਾਰ ਪਰਮੇਸ਼ਰ ਦੀ ਸਾਲਾਹ ਸਿਫਤ ਕਰਨੀ ਮਿਲਦੀ ਹੈ। ਅੱਖਰ ਦਾ ਪਹਿਲਾ ਅਰਥ ਸਮਝਣਾ। ਅੱਖਰੀ ਨਾਮ, ਜੇ ਅੱਖਰ ਲਿਖੇ ਨਾ ਮਸਤਕ ਦੇ ਉੱਤੇ ਤੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਅੱਖਰੀ ਸਾਲਾਹ, ਫਿਰ ਉਹਦੀ ਸਿਫਤ ਸਲਾਹ ਕਰਨ ਦੀ ਕਰਮਾਂ ਦੇ ਅਨੁਸਾਰ ਦਾਤ ਪ੍ਰਾਪਤ ਹੁੰਦੀ ਹੈ। ਅੱਖਰੀ ਗਿਆਨ, ਗੀਤ, ਗੁਣਗਾਹ। ਪ੍ਰਤੱਖ ਅੱਖਰਾਂ ਕਰਕੇ ਹੀ ਜਿਹੜੇ ਆ ਮੱਥੇ ਤੇ ਲਿਖੇ ਕਰਮਾਂ ਅਨੁਸਾਰ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ। ਤੇ ਪਰਮੇਸ਼ਰ ਦੇ ਗੀਤ ਜਸ ਜਿਹੜਾ ਹੈ ਉਹਨੂੰ ਕੀਰਤਨ ਆਦਿਕ ਜਿਵੇਂ ਗਾਉਂਦੇ ਆ, ਤੇ ਇਹ ਇਸ ਪ੍ਰਕਾਰ ਪ੍ਰਾਪਤੀ ਹੁੰਦੀ ਹੈ। ਤੇ ਗੁਣਾਂ ਦੇ ਉਹ ਗਾਹ ਅਸਥਾਨ ਬਣ ਜਾਂਦੇ ਆ ਜਿਨ੍ਹਾਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਜੀ ਨੇ ਐਸਾ ਲੇਖ ਜਿਹੜਾ ਹੈ ਉਹ ਪਾਇਆ ਹੈ। ਇਸ ਪ੍ਰਕਾਰ ਜਿਹੜਾ ਹੈ ਨਾ ਅੱਖਰਾਂ ਬਾਰੇ ਜਾਣਨਾ, ਕਿਉਂਕਿ ਵਾਹਿਗੁਰੂ ਜੀ ਦਾ ਜਸ ਜਿਹੜਾ ਨਾ, ਭਾਵੇਂ ਉਹ ਕਿਸੇ ਭਾਸ਼ਾ ਦੇ ਅੱਖਰ ਹੋਣ, ਅੱਖਰਾਂ ਕਰਕੇ ਜੀਵ ਨੂੰ ਸੋਝੀ ਪੈਂਦੀ ਹੈ। ਅੱਖਰਾਂ ਦੁਆਰੇ ਅਰਥਾਤ ਆਖ ਕੇ ਪਰਮੇਸ਼ਰ ਦਾ ਨਾਮ ਲੀਤਾ ਜਾਂਦਾ ਹੈ। ਅੱਖਰਾਂ ਦੁਆਰੇ ਹੀ ਉਸ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਅੱਖਰਾਂ ਦੁਆਰੇ ਹੀ ਗਿਆਨ ਕਥਨ ਕਰੀਦਾ ਹੈ। ਅੱਖਰਾਂ ਦੁਆਰੇ ਹੀ ਪਰਮਾਤਮਾ ਦੇਵ ਦੇ ਗੁਣ ਜਿਹੜੇ ਆ ਉਹ ਜਾਣਨਹਾਰ ਹੋ ਜਾਈਦਾ ਹੈ। ਅੱਖਰਾਂ ਦੁਆਰੇ ਹੀ ਉਸ ਦੇ ਗੁਣਾਂ ਨੂੰ ਦੱਸਣ ਵਾਲੇ ਗੀਤ ਜਿਹੜਾ ਨਾ ਉਹਨਾਂ ਦਾ ਗਾਇਨ ਕਰੀਦਾ ਹੈ। ਕਿ ਇਹ ਹਰ ਪ੍ਰਕਾਰ ਦੀ ਬੋਲੀ ਦਾ ਬੋਲਣਾ, ਲਿਖਣਾ ਅੱਖਰਾਂ ਦੁਆਰੇ ਹੀ ਹੁੰਦਾ ਹੈ। ਇੱਥੋਂ ਤਾਈ ਕਿ ਜਿਹੜੇ ਜੀਵ ਦੇ ਸੰਜੋਗ ਹੈ ਜਾਂ ਵਿਜੋਗ ਹੈ, ਸਿਰ ਤੇ ਲਿਖੇ ਲੇਖ ਹੈ, ਅੱਖਰਾਂ ਦੁਆਰੇ ਹੀ ਸਾਰੇ ਕੁਝ ਵਰਣਨ ਕੀਤਾ ਹੈ। ਜਿਸ ਵਾਹਿਗੁਰੂ ਨੇ ਜੀਆਂ ਦੇ ਸਿਰ ਤੇ ਇਹ ਲੇਖ ਲਿਖੇ ਹਨ, ਅੱਗੇ ਮਹਾਰਾਜ ਸਾਹਿਬ ਜੀ ਨੇ ਦੱਸਣਾ, ਉਹਦੇ ਆਪਣੇ ਸਿਰ ਦੇ ਉੱਤੇ ਜਿਹੜਾ ਨਾ ਕੋਈ ਅੱਖਰ ਨਹੀਂ ਹੈ, ਕੋਈ ਲੇਖ ਨਹੀਂ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਅੱਖਰਾਂ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਜਿਹੜੀ ਆ ਨਾ ਉਹ ਕਰੀਦੀ ਹੈ। ਹੁਣ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਆ ਤੇ ਇਹ ਅੱਖਰ ਨੇ, ਕੋਈ ਰਾਮ ਕਹਿੰਦਾ ਹੈ ਅੱਖਰ ਨੇ, ਹਾਂਜੀ, ਤੇ ਕੋਈ ਅੱਲਾ ਕਹਿੰਦਾ ਹੈ ਅੱਖਰ ਨੇ। ਅੱਖਰਾਂ ਨਾਲ ਇਹ ਜਦੋਂ ਇਹ ਅੰਦਰ ਸਾਡੇ ਨਾ ਚਾਰ ਬਾਣੀਆਂ ਨੇ, ਇਹਦਾ ਪ੍ਰਕਰਣ ਕਿਤੇ ਬਹੁਤ ਢੁਕਦਾ ਹੋਰ ਆਊਗਾ ਤੇ ਫਿਰ ਇਹਨੂੰ ਉੱਥੇ ਖੋਲ ਲਾਂਗੇ। ਸਾਡੀ ਨਾਭੀ ਤੋਂ ਜਿੱਥੇ ਧੁੰਨੀ ਕਹਿੰਦੇ ਆਪਾਂ, ਉਹਨਾਂ ਨਾਲ ਧੁੰਨੀ ਬਦਲ ਕੇ ਬਣ ਗਿਆ ਉਹਦਾ ਨਾਂ ਧਵਨੀ। ਧਵਨੀ ਦਾ ਮਤਲਬ ਹੁੰਦਾ ਆਵਾਜ਼। ਇੱਥੋਂ ਆਵਾਜ਼ ਬਣਦੀ ਆ ਜਦੋਂ ਅਸੀਂ ਬੋਲਦੇ ਹਾਂ। ਇਹ ਵਾਹਿਗੁਰੂ ਨੇ ਕੁਦਰਤੀ ਇਹੋ ਜਿਹਾ ਜਿਹੜਾ ਹੈ ਉਹ ਸਾਰੀ ਪ੍ਰਣਾਲੀ ਬਣਾਈ ਹੈ। ਸਾਡਾ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਕਿ ਇਹ ਬੜੀ ਜਲਦੀ ਤਬਦੀਲ ਹੁੰਦਾ। ਜਿੱਦਾਂ ਹੁਣ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ, ਇਹ ਨਾਭੀ ਤੋਂ ਉੱਠ ਰਹੀ ਹੈ ਆਵਾਜ਼। ਅੱਖਰ ਹੀ ਆ ਨਾ, ਅੱਖਰਾਂ ਨਾਲ ਬੋਲ ਕੇ ਤੁਸੀਂ ਸਮਝ ਰਹੇ ਆ, ਸੁਣ ਰਹੇ ਆ। ਤੇ ਕਿਸੇ ਵੀ ਭਾਸ਼ਾ ਦੇ ਉਹ ਅੱਖਰ ਹੀ ਹਨ। ਤੇ ਸਭ ਦੀ ਅੰਦਰ ਉਹ ਜਿਹੜੀ ਹਵਾ ਹੈ ਉਹ ਤਾਂ ਇੱਕ ਹੀ ਹੈ, ਉਹ ਨਾਭੀ ਤੇ ਉਹਨੂੰ ਪਰਾਬਾਣੀ ਕਹਿੰਦੇ ਆ। ਉਹ ਬਦਲ ਕੇ ਕੀ ਬਣਦੀ ਹੈ? ਉਹ ਬਣਦੀ ਹੈ ਬਸੰਤੀ ਬਾਣੀ ਬਣਦੀ ਹੈ, ਜਿਹੜੀ ਸਾਡੇ ਹਿਰਦੇ ਵਿੱਚ ਰਹਿੰਦੀ ਹੈ। ਤੇ ਜਦੋਂ ਬਸੰਤੀ ਤੋਂ ਉੱਠਦੀ ਹੈ ਫਿਰ ਮੱਧਮਾ ਬਣਦੀ ਹੈ, ਉਹ ਸਾਡੇ ਗਲੇ 'ਚ ਹੁੰਦੀ ਹੈ। ਤੇ ਮੱਧਮਾ ਤੋਂ ਫਿਰ ਬੈਖਰੀ ਬਣ ਕੇ ਬਾਹਰ ਨਿਕਲਦੀ ਹੈ, ਜਿਹੜੀ ਸਾਡੀ ਜ਼ੁਬਾਨ ਤੋਂ ਬਾਹਰ ਨਿਕਲਦੀ। ਜ਼ੁਬਾਨ ਦੇ ਹਿੱਲਣ ਨਾਲ ਬੋਲ ਬਣਦੇ ਆ। ਜਿਹੜੀ ਸਾਡੇ ਮੂੰਹ 'ਚ ਹਵਾ ਹੈ ਇਹ ਬੈਖਰੀ ਬਾਣੀ ਆ,
फिर जदों बोलते आपां। ते पर ये वेख लो निजम वाहिगुरू जी की किड्डी कुदरत वा उस कादर दी कि किन्नी छेती परा पसंती पसंती मध्यमा ते मध्यमा बैखरी बन के बाहर निकल रही है। ते ये जिहड़ी बाणी है ना, इनू ही कहा वा उल्टी गंगा जमन मिलावो। वो जिहड़ी गंगा नू जमुना नू उल्टा के मतलब कि उल्टी चला देवां, भाव बैखरी मध्यमा मध्यमा पसंती पसंती परा बन जाती है। फिर ते ये बहुत कमाई वाली जिद्दां अवस्था है जाप करन नाल। ते वो जाप किवें करीदा है? अखरां नाल। वाहिगुरू वाहिगुरू ये धुन पैदा हुंदी। फिर महाराज क्या अखरी नाम अखरी सालाह, बहुत विस्तार है इसका। जदों आपां उचारण करदे आ वाहिगुरू वाहिगुरू, ये अखरां नाल धुन बनदी है, आवाज़ बनदी है। ते जदों साडा ध्यान इस धुन विच टिक जांदा है ते फिर असीं उस ब्रह्म दा दीदार कर पाउने आ, जिहदा कोई रूप नहीं, कोई रंग नहीं, कोई चेन नहीं, कोई चक्कर नहीं, कोई जात नहीं, कोई पात नहीं, जिहदे नावां बारे नहीं दस्सिया जांदा, जिहदे थावां बारे नहीं दस्सिया जांदा, जिथे मन नहीं पहुँच सकदा, जिथे इंद्रे नहीं पहुँच सकदे। हाँ जी, जिहदा प्रकाश अनगिणत है, मनुखां करके भी अनगिणत है। हाँ जी, जिस दी गिणती कली करी जाओ तो फिर महाराज कहंदे भाई सिर ते भार चढ़दा जे उसका विस्माद नहीं लिया, उस कादर दा सुख नहीं लिया। ते जे लै लिया फिर भार लथ जांदे सारे सिर तो। ते वो भार लैंदा किवें? अखरी नाम अखरी सालाह। अखरां द्वारा परमेश्वर दा नाम जपीदा, अखरां द्वारा ही सिफत सलाह करीदी है। श्री गुरु ग्रंथ साहिब जी की सारी बाणी गुरमुखी अखरां विच महाराज साहब जी ने बख्शिश की है। अनंत भाषावां ने गुरु ग्रंथ साहिब च, बहुत देश बोलियां ने महाराज दे बाणी च, पर सारियां दा महाराज साहब जी ने जिहड़ा उचारण है, जिहड़ा लिखती रूप है, वो महाराज ने गुरमुखी च दिता सच्चे पातशाह जी ने। ते हुण मूँह दी हवा दे नाल कोई बोलदा ते चाइनीस बन जांदी भाषा, कोई बोलदा इंग्लिश बोल जांदी है। ते जिन्नियां भी भाषावां ने तां फिर अखरां दा रूप धारण करके फिर बाहर निकलदियां ना। अंदर तां पराबाणी सिस्टम इक्को ही है वाहिगुरू जी दा। इस करके निरंकार एक देशी नहीं, सब थावां ते वसदा वो। ਉਹਦੇ ਵਸਣ ਵਾਲੇ ਥਾਂ नहीं जाने जा सकते। ਜਦੋਂ ਆਪਾਂ ਅੱਖਰਾਂ ਨਾਲ ਨਾਮ ਜਪਾਂਗੇ, ਅੱਖਰਾਂ ਨਾਲ ਉਹਦੀ ਸਿਫਤ ਸਲਾਹ ਕਰਾਂਗੇ ਤੇ ਫਿਰ ਸਾਨੂੰ ਅੱਖਰਾਂ ਦੁਆਰਾ ਗਿਆਨ ਹੋ ਜਾਏਗਾ। ਵਾਹਿਗੁਰੂ ਦੇ ਉਸਤਤ ਦੇ ਗੀਤ ਗਾਉਣ ਦੀ ਜਿਹੜੀ ਆ ਨਾ, ਉਹ ਸੋਝੀ ਆ ਜਾਵੇਗੀ। ਤੇ ਜਦੋਂ ਗੀਤ ਗਾਏ ਤੇ ਫਿਰ ਆਪਾਂ ਗੁਣਾਂ ਦੀ ਗਾਹ ਜਗ੍ਹਾ ਬਣ ਜਾਵਾਂਗੇ। ਗੁਣ ਵਿਸ਼ਿਆਂ ਨੂੰ ਵੀ ਕਹਿੰਦੇ ਆ ਤੇ ਗਾਹ ਦਬਾਉਣ ਨੂੰ ਵੀ ਕਹਿੰਦੇ ਆ। ਵਿਸ਼ੇ ਫਿਰ ਦਬ ਜਾਂਦੇ ਅੰਦਰ, ਭਰਾ ਖਤਮ ਹੋ ਜਾਂਦੇ ਆ। ਅੱਖਰੀ ਲਿਖਣ ਬੋਲਣ ਬਾਣ, ਮੱਤੇ ਤੇ ਲਿਖੇ ਅੱਖਰਾਂ ਅਨੁਸਾਰ ਕਰਮਾਂ ਅਨੁਸਾਰ ਲਿਖਣਾ ਆਉਂਦਾ ਹੈ। ਕਈਆਂ ਨੂੰ ਚੰਗੇ ਲਿਖਾਰੀ ਬਣਨ ਦੀ ਇੱਛਾ ਰਹਿੰਦੀ ਹੈ, ਪਰ ਕਰਮਾਂ ਬਿਨਾਂ ਕਈਆਂ ਨੂੰ ਸਾਰੀ ਉਮਰ ਲਿਖਣਾ ਹੀ ਨਹੀਂ ਆਉਂਦਾ। ਅੱਖਰੀ ਲਿਖਣ ਬੋਲਣ ਬਾਣ, ਹਾਂਜੀ, ਕਰਮਾਂ ਅਨੁਸਾਰ ਬਾਣੀ ਦਾ ਬੋਲਣਾ ਆਉਂਦਾ ਹੈ। ਕਿਉਂਕਿ ਕਈ ਮਿੱਠਾ ਬੋਲਦੇ, ਕਈ ਇੰਨਾ ਕੌੜਾ ਬੋਲਦੇ, ਕਈ ਬੜਾ ਬੋਲਣ ਦਾ ਚੰਗਾ ਯਤਨ ਕਰਦੇ ਵੀ ਚੰਗੀ ਤਰ੍ਹਾਂ ਬੋਲ ਸਕੀਏ, ਕਿ ਇਹੋ ਜਿਹੀ ਕਥਾ ਕਰੀਏ ਲੋਕ ਮੋਹਿਤ ਹੋ ਜਾਣ, ਤੇ ਪਰ ਕਰਮਾਂ ਤੋਂ ਬਿਨਾਂ ਨਹੀਂ। ਵੱਡੇ ਵੱਡੇ ਲੀਡਰਾਂ ਨੂੰ ਬੋਲਣਾ ਨਹੀਂ ਆਉਂਦਾ। ਹਾਂਜੀ, ਗੁਰੂ ਕੀ ਬਾਣੀ ਦਾ ਲਿਖਣਾ ਬੋਲਣਾ ਪੜ੍ਹਨਾ ਵੀ ਚੰਗੇ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ। ਪ੍ਰਤੱਖ ਅੱਖਰਾਂ ਕਰਕੇ ਹੀ ਬਾਣੀ ਦਾ ਲਿਖਣਾ ਤੇ ਬੋਲਣਾ ਹੁੰਦਾ ਹੈ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਿਹੜੇ ਆ ਮਸਤਕ ਦੇ ਉੱਤੇ ਲਿਖੇ ਹੋਏ ਕਰਮ, ਉਹਨਾਂ ਦੇ ਅਨੁਸਾਰ ਹੀ ਜੀਵ ਨੂੰ ਜਿਹੜਾ ਨਾ ਉਹ ਲਿਖਣਾ ਬੋਲਣਾ ਅਤੇ ਇਉਂ ਸਤਿਗੁਰੂ ਜੀ ਕਹਿੰਦੇ ਇਹ ਦਾਤ ਜਿਹੜੀ ਹੈ ਨਾ ਉਹ ਪ੍ਰਾਪਤ ਹੁੰਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਗਰੀਬ ਨਿਵਾਜ ਸਤਿਗੁਰਾਂ ਜੀ ਨੇ ਇਹਦੇ ਅੰਦਰ ਹੋਰ ਬੜੇ ਪ੍ਰਕਰਨ ਮਹਾਰਾਜ ਸਾਹਿਬ ਜੀ ਨੇ ਰੱਖ ਕੇ ਕਿਹਾ, ਅੱਖਰੀ ਲਿਖਣ ਬੋਲਣ ਬਾਣ, ਵੇਦਾਂ ਵਿੱਚ ਲਿਖਣ ਦਾ ਤਰੀਕਾ ਕੀ ਹੈ ਅਤੇ ਬਾਣੀ ਦੇ ਬੋਲਣ ਦਾ ਤਰੀਕਾ ਕੀ ਹੈ, ਸਾਰੇ ਢੰਗ ਦੱਸੇ ਹਨ। ਹਾਂਜੀ, ਅੱਖਰਾਂ
ਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੋਇਆ ਨਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਜਿੰਨੇ ਵੀ ਪ੍ਰਕਾਰ ਦਾ ਗਿਆਨ ਹੈ ਨਾ, ਉਹ ਅੱਖਰਾਂ ਦੇ ਅੰਦਰ ਹੀ ਦੱਸਿਆ ਜਾਂਦਾ ਹੈ, ਤੇ ਵਾਹਿਗੁਰੂ ਨੂੰ ਗਾਉਣ ਦਾ ਢੰਗ ਵੀ ਅੱਖਰਾਂ ਵਿੱਚ ਹੀ ਦੱਸਿਆ ਜਾਂਦਾ ਹੈ। ਤੇ ਉਹਦੀ ਜਿਹੜੀ ਪ੍ਰੀਤ ਵੈ ਲੱਗ ਜਾਂਦੀ ਹੈ ਜਦੋਂ ਅੱਖਰਾਂ ਨਾਲ ਸੁਣ ਕਰਕੇ, ਪਹਿਲੋਂ ਅੱਖਰਾਂ ਨਾਲ ਜਪੀਏ, ਫਿਰ ਅੱਖਾਂ ਨਾਲ ਸੁਣੀਏ, ਤੇ ਫਿਰ ਉਹਦੀ ਪ੍ਰੀਤ ਦਾ ਅਨੁਭਵ ਜਿਹੜਾ ਹੈ ਨਾ ਉਹ ਪ੍ਰਾਪਤ ਹੁੰਦਾ ਹੈ। ਇਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਵਾਹਿਗੁਰੂ ਦੇ ਜਿਹੜਾ ਪਿਆਰ ਦਾ ਪ੍ਰਸਾਦ ਹੈ ਉਹ ਅੱਖਰਾਂ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਾਪਤ ਹੁੰਦਾ ਹੈ। ਤੇ ਪ੍ਰਤੱਖ ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੱਖਰਾਂ ਨਾਲ ਹੀ ਲਿਖਣਾ, ਬੋਲਣਾ, ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹਦੀ ਪ੍ਰਾਪਤੀ ਹੁੰਦੀ ਹੈ। ਬਾਣੀ ਦਾ ਬੋਲਣਾ ਤੇ ਬਾਣੀ ਦਾ ਹੀ ਲਿਖਣਾ ਅੱਖਰਾਂ ਕਰਕੇ ਹੀ ਆ। ਅੱਖਰਾਂ ਸਿਰ ਸੰਜੋਗ ਵਿਖਾਣ, ਤੇ ਜਿਹੜੇ ਇਹ ਅੱਖਰ ਹਨ, ਅਸੀਂ ਉਹਨਾਂ ਅੱਖਰਾਂ ਦਾ ਕਰਮਾਂ ਦਾ ਵਿਖਿਆਨ ਕਰਦੇ, ਕਥਨ ਕਰਦੇ ਹਾਂ ਜਿਨ੍ਹਾਂ ਦਾ ਸਿਰ ਦੇ ਨਾਲ ਸੰਜੋਗ ਮਿਲਾਪ ਹੈ, ਭਾਵ ਜੋ ਸਾਰਿਆਂ ਦੇ ਮੱਥੇ ਤੇ ਪਰਾਰਬਧ ਰੂਪ ਅੱਖਰ ਲਿਖੇ ਹੋਏ ਹਨ। ਜਿਵੇਂ ਮਹਾਰਾਜ ਨੇ ਕਿਹਾ, ਕਰੀ ਲੋਹ ਕਰਮੰਗ ਲਿਖਿਓ ਲੇਖ ਮੱਥ ਹੈ। ਅੱਖਰਾਂ ਦਾ ਹੀ ਸਿਰ ਮਸਤਕ ਦੇ ਉੱਤੇ ਅੱਖਰ ਲਿਖੇ ਹੋਏ ਅੱਖਰਾਂ ਕਰਕੇ ਹੀ ਜਿਹੜਾ ਹੈ ਉਹ ਮਿਲਾਪ ਹੁੰਦਾ ਹੈ ਜੀਆਂ ਦਾ ਜੀਆਂ ਨਾਲ। ਇਹ ਅੱਖਰਾਂ ਦੇ ਸੰਜੋਗ ਕਰਕੇ ਹੀ ਜੀਵ ਜਿਹੜਾ ਸੰਸਾਰ ਦੇ ਅੰਦਰ ਇਹਦਾ ਸੰਜੋਗ ਪੈਂਦਾ ਹੈ ਤੇ ਸੰਸਾਰ ਤੋਂ ਵਿਛੜ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਇਹ ਵੀ ਵਾਕਿਆ ਹੈ ਨਾ। ਇਹ ਜੀਵ ਦੇ ਮਸਤਕ ਦੇ ਉੱਤੇ ਲਿਖਿਆ ਹੋਇਆ ਜਿਹੜਾ ਲੇਖ ਹੈ ਉਹਦੇ ਮੁਤਾਬਕ ਹੀ ਸੰਜੋਗ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇੱਕ ਜੋ ਖਰਨ ਤੋਂ ਰਹਿਤ ਸਰੂਪ ਪਰਮੇਸ਼ਰ ਹੈ, ਉਸ ਦੇ ਨਾਮ ਦੇ ਵਖਾਣ ਕਥਨ ਕਰਨ ਨਾਲ ਜਿਨ੍ਹਾਂ ਸਤਿਗੁਰਾਂ ਦੁਆਰਾ ਸੰਜੋਗ ਸੰਬੱਧ ਹੋ ਗਿਆ, ਉਹ ਸਿਰ ਸ਼੍ਰੋਮਣੀ ਹੋ ਗਏ। ਇਹ ਦੂਸਰੇ ਪ੍ਰਕਰਨ ਨਾਲ ਅਰਥ ਸਮਝ ਲੈਣਾ। ਬ੍ਰਹਮ ਦਾ ਰੂਪ ਹੀ ਹੋ ਗਏ, ਪਰਮੇਸ਼ਰ ਦਾ ਉਹ ਸਰੂਪ ਬਣ ਜਾਂਦੇ ਆ, ਜਿਹੜੇ ਅੱਖਰਾਂ ਨਾਲ ਪਰਮੇਸ਼ਰ ਦੇ ਜਿਹੜਾ ਜਸ ਨੂੰ ਉਹ ਕਹਿੰਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਇਉਂ ਅੱਖਰਾਂ ਸਿਰ ਸੰਜੋਗ ਬਖਾਣ, ਜਿਹੜਾ ਮਸਤਕ ਦੇ ਉੱਤੇ ਲਿਖੇ ਹੋਏ ਲੇਖ ਹਨ ਉਹਨਾਂ ਦੇ ਨਾਲ ਜੀਵ ਦੇ ਜਿਹੜੇ ਆ ਸੰਬੰਧ ਸਰੀਰਾਂ ਨਾਲ ਸੰਜੋਗ, ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਵਿਜੋਗ ਆਦਿਕ ਜਿਹੜੇ ਆ ਨਾ ਉਹ ਪੈਂਦੇ ਆ। ਇੱਥੋਂ ਤੱਕ ਕਿ ਜਿਹੜੇ ਸੰਜੋਗ ਵਿਜੋਗ ਦਾ ਜੋ ਵੀ ਮਿਲਣਾ ਵਿਛੜਨਾ, ਇਹ ਸਿਰ ਤੇ ਹੋਏ ਲਿਖੇ ਅੱਖਰਾਂ ਦੁਆਰਾ ਹੀ ਵਰਣਨ ਕੀਤਾ ਜਾਂਦਾ ਹੈ। ਹਾਂਜੀ, ਇਹ ਸਾਰਾ ਕੁਝ ਜੋ ਇਹਦਾ ਵਿਸਥਾਰ ਬਹੁਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਸਿੱਧਾ ਨੇ ਪੁੱਛਿਆ, ਮਹਾਰਾਜ ਇਹ ਜਿਸ ਬ੍ਰਹਮ ਨੇ ਇਹ ਅੱਖਰ ਲਿਖੇ ਹਨ ਉਹਦੇ ਸਿਰ ਤੇ ਵੀ ਆਪਣੇ ਕੋਈ ਲੇਖ ਹੈ ਕਿ ਨਹੀਂ? ਮਹਾਰਾਜ ਨੂੰ ਪੁੱਛਦੇ ਆ। ਮਹਾਰਾਜ ਨੇ ਉੱਤਰ ਦਿੱਤਾ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਨ ਇਹ ਲੇਖ ਬ੍ਰਹਮਾ ਨੇ ਵਿਧਾਤੇ ਨੇ, ਇਹ ਬ੍ਰਹਮ ਰੂਪ ਹੋ ਕੇ, ਬ੍ਰਹਮਾ ਨਹੀਂ ਬ੍ਰਹਮ ਰੂਪ ਹੋ ਕੇ ਵਿਧਾਤਾ ਨੇ ਪਰਮੇਸ਼ਰ ਨੇ ਲਿਖੇ ਆ, ਜਾਂ ਬ੍ਰਹਮਾ ਜਿਹੜਾ ਉਤਪਤੀ ਕਰਦਾ ਹੈ ਤੇ ਉਹ ਉਤਪਤੀ ਕੇਵਲ ਕਰਨ ਵਾਲਾ ਹੈ। ਬ੍ਰਹਮਾ ਦੇ ਸਿਰ ਦੇ ਵੀ ਲੇਖ ਹਨ, ਸ਼ਿਵ ਜੀ ਵਿਸ਼ਨੂੰ ਸਭ ਦੇ ਲੇਖ ਹੈ, ਪਰ ਇੱਕ ਲੇਖ ਨਹੀਂ ਹਨ, ਤੇ ਉਹ ਜਿੰਨੇ ਲਿਖੇ ਹੈ ਪਰਮੇਸ਼ਰ ਨੇ, ਉਹਦੇ ਆਪਣੇ ਸਿਰ ਤੇ ਕੋਈ ਲੇਖ ਨਹੀਂ, ਕਿਉਂਕਿ ਲੇਖ ਜਿਹੜਾ ਉਹ ਬੰਧਨਾਂ ਦੇ ਅਧੀਨ ਵਾ, ਜਿਹਦੇ ਲੇਖਾ ਲਿਖਿਆ ਗਿਆ ਮਸਤਕ ਦੇ ਉੱਤੇ। ਜੋ ਪਰਮੇਸ਼ਰ ਹੈ, ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਉਹਦੇ ਆਪਣੇ ਜਿਹੜਾ ਹੈ ਮਸਤਕ ਦੇ ਉੱਤੇ ਜਿਹੜਾ ਉਹ ਕੋਈ ਕਿਸੇ ਪ੍ਰਕਾਰ ਦਾ ਕਰਮਾਂ ਦਾ ਬੰਧਨ ਨਹੀਂ, ਲੇਖ ਨਹੀਂ। ਜਿਹੜਾ ਹੈ ਵਾਹਿਗੁਰੂ ਜੀ ਨੇ ਜੀਆਂ ਦੇ ਸਿਰ ਤੇ ਲੇਖ ਲਿਖੇ ਹਨ, ਉਸ ਦੇ ਆਪਣੇ ਸਿਰ ਤੇ ਕੋਈ ਅੱਖਰ ਨਹੀਂ, ਕੋਈ ਲਿਖੇ ਹੋਏ ਲੇਖ ਨਹੀਂ, ਭਾਵ ਕਿਸੇ ਕਲਮ, ਕਿਸੇ ਅੱਖਰ, ਕਿਸੇ ਕਹਿਣੇ ਹੇਠ ਨਹੀਂ ਹੈ। ਉਸ ਉੱਪਰ ਕਿਸੇ ਦਾ ਫਰਮਾਨ ਨਹੀਂ, ਉਸ ਦਾ ਫਰਮਾਨ ਸਭ ਦੇ ਉੱਪਰ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਸ ਵਾਹਿਗੁਰੂ ਜੀ ਨੇ ਇਹ ਸਾਰੇ ਜੀਆਂ ਦੇ ਉੱਤੇ ਲੇਖ ਲਿਖੇ ਮਸਤਕ ਦੇ ਉੱਤੇ, ਸਭਨਾ ਜੀਆਂ ਸਿਰ ਲੇਖ ਧਰਾਹੂ, ਬਿਨ ਲੇਖੈ ਨਹੀਂ ਕੋਈ ਜੀਓ, ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ।
ਉਹ ਸਾਰਿਆਂ ਲੇਖਾਂ ਤੋਂ ਆਪ ਰਹਿਤ ਹੈ, ਅਲੇਖ ਹੈ, ਅਭੇਖ ਹੈ, ਜਿਵੇਂ ਮਹਾਰਾਜ ਨੇ 10ਵੇਂ ਪਾਤਸ਼ਾਹ ਜੀ ਨੇ ਆਖਿਆ ਹੈ। ਉਸ ਵਾਹਿਗੁਰੂ ਦੇ ਸਿਰ ਸ਼੍ਰੋਮਣੀ ਹੋਰ ਕੋਈ ਨਹੀਂ ਹੋ ਸਕਦਾ। ਫਿਰ ਮਹਾਰਾਜ ਸਾਹਿਬ ਜੀ ਨੂੰ ਪੁੱਛਦੇ ਆ, ਇਹ ਮਹਾਰਾਜ ਇਹ ਜਿਹੜਾ ਬ੍ਰਹਮਾ ਇਹ ਕਿਵੇਂ ਕਰਮ ਲਿਖਦਾ ਹੈ? ਤੇ ਮਹਾਰਾਜ ਜੀ ਨੇ ਫਿਰ ਕਿਹਾ, ਜਿਵ ਫਰਮਾਏ ਤਿਵ ਤਿਵ ਪਾਹੇ। ਜਿਵੇਂ ਜਿਵੇਂ ਦੇ ਸੰਚਿਤ ਕਰਮਾਂ ਅਨੁਸਾਰ ਪਰਮੇਸ਼ਰ ਵਿਧਾਤਾ ਬਣ ਕੇ ਪਰਾਰਬਧ ਰੂਪ ਲੇਖ ਪਾਉਂਦਾ ਹੈ। ਲਿਖ ਦਾਤ ਜੋਤ ਵਡਿਆਈ, ਲਿਖ ਦਿੱਤੀ ਹੈ ਕਿੰਨੀਆਂ ਦਾਤਾਂ ਮਿਲਣਗੀਆਂ ਤੇ ਕਿੰਨੀ ਇਹਨੂੰ ਬੁੱਧੀ ਮਿਲੇਗੀ, ਕਿੰਨੀ ਦਾਤ, ਕਿੰਨਾ ਪ੍ਰਤਾਪ, ਉਮਰ, ਦੁੱਖ, ਸੁੱਖ, ਇਹ ਸਾਰੇ ਲੇਖ ਪੈ ਜਾਂਦੇ ਆ। ਜਿਵੇਂ ਜਿਵੇਂ ਵਾਹਿਗੁਰੂ ਫਰਮਾਨ ਹੁੰਦਾ ਹੈ ਤਿਵੇਂ ਤਿਵੇਂ ਜੀਵਾਂ ਦੀ ਕਰਨੀ ਅਨੁਸਾਰ ਲਿਖਤ ਪੈਂਦੀ ਜਾਂਦੀ ਹੈ ਤੇ ਜੂਨਾਂ ਵਿੱਚ ਪਾਏ ਜਾਂਦੇ ਆ। ਜੇ ਫਰਮਾਏ ਤਿਵ ਤਿਵ ਪਾਹੇ, ਜਿਸ ਤਰ੍ਹਾਂ ਵਾਹਿਗੁਰੂ ਜੀ ਫਰਮਾਉਂਦੇ ਆ ਜੀਵ ਦੇ ਕਰਮਾਂ ਦੇ ਅਨੁਸਾਰ ਉਸ ਤਰ੍ਹਾਂ ਦੇ, ਜਿਸ ਤਰ੍ਹਾਂ ਵਾਸ਼ਨਾ ਹੁੰਦੀ ਅੰਦਰ, ਜੇ ਵਾਸ਼ਨਾ ਨਹੀਂ ਮਰਦੀ, ਜਿਵੇਂ ਮਰਦ ਨੂੰ ਵਾਸ਼ਨਾ ਹੁੰਦੀ ਹੈ ਕਿ ਇਸਤਰੀ ਦਾ ਸਰੀਰ ਮੇਰੇ ਨਾਲੋਂ ਚੰਗਾ, ਉਹ ਅਗਲੇ ਜਨਮ 'ਚ ਮਰ ਕੇ ਇਸਤਰੀ, ਆਹ ਜਨਮ 'ਚ ਮਰ ਕੇ ਅਗਲਾ ਜਨਮ ਇਸਤਰੀ ਦਾ ਲੈ ਲੈਂਦਾ। ਫਿਰ ਤੇ ਇਸਤਰੀ ਨੂੰ ਵਾਸ਼ਨਾ ਹੁੰਦੀ ਹੈ ਕਿ ਮਰਦ ਦਾ ਸਰੀਰ ਚੰਗਾ, ਆਕਰਸ਼ਿਤ ਰਹਿੰਦਾ ਹੈ ਮਨ। ਤੇ ਫਿਰ ਜਦੋਂ ਉਹਦੇ ਸਰੀਰ ਦਾ ਅੰਤ ਹੁੰਦਾ ਤੇ ਉਹ ਮਰ ਕੇ ਉਹਨੂੰ ਵਾਸ਼ਨਾ ਹੋਣ ਕਰਕੇ ਮਰਦ ਦਾ ਸਰੀਰ ਮਿਲ ਜਾਂਦਾ ਹੈ। ਇਸ ਤਰ੍ਹਾਂ ਜਿਹੋ ਜੀ ਵਾਸ਼ਨਾ ਹੈ ਤੇ ਜਿਹੋ ਜਿਹੇ ਜੀਵ ਦੇ ਕਰਮ ਨੇ, ਉਹਨਾਂ ਕਰਮਾਂ ਦੇ ਮੁਤਾਬਕ ਜਿਹੜੇ ਜਿਵੇਂ ਜਿਵੇਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਫਰਮਾਉਂਦੇ ਆ, ਤਿਵੇਂ ਤਿਵੇਂ ਉਹਨਾਂ ਦੇ ਮਸਤਕ ਤੇ ਭਾਈ ਲੇਖ ਜਿਹੜੇ ਆ ਉਹ ਪੈਂਦੇ ਆ। ਤੇ ਫਿਰ ਸਾਰੇ ਸੰਸਾਰ ਦੇ ਜੀਵ ਜਿਹੜੇ ਆ ਉਹ ਪੈਦਾ ਕਿਸ ਵਾਸਤੇ ਕੀਤੇ ਹਨ? ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ, ਜੇਤਾ ਕੀਤਾ ਤੇਤਾ ਨਾਉ। ਇਹ ਸਿੱਧੋ, ਇਹ ਜਿਤਨਾ ਸੰਸਾਰ ਪੈਦਾ ਕੀਤਾ ਨਾ, ਤਿਤਨਾ ਸਾਰਾ ਨਾਮ ਜਪਣ ਵਾਸਤੇ ਕੀਤਾ। ਆਇਓ ਸੁਣ ਪੜਨ ਕੋ ਬਾਣੀ। ਦੁੱਖ ਭੋਗਣ ਵਾਸਤੇ ਥੋੜਾ ਜੀਵ ਪੈਦਾ ਕੀਤੇ ਆ। ਇਹ ਜਿੰਨਾ ਸੰਸਾਰ ਕੀਤਾ ਹੈ ਇਹ ਸਾਰਾ ਆਕਾਰ ਪਰਮੇਸ਼ਰ ਨੇ ਬਣਾਇਆ ਹੈ ਭਜਨ ਕਰਨ ਵਾਸਤੇ, ਨਾਮ ਜਪਣ ਵਾਸਤੇ। ਹਾਂਜੀ, ਤੇ ਜੀਵ ਇੱਥੇ ਆ ਕਰਕੇ ਫਿਰ ਫਸ ਜਾਂਦੇ ਆ ਸਾਰੀਆਂ ਉਹਨਾਂ ਚੀਜ਼ਾਂ ਦੇ ਅੰਦਰ ਜਿਹੜੀਆਂ ਰਹਿਣੀਆਂ ਨਹੀਂ, ਤੇ ਫਿਰ ਕਰਮਾਂ ਦੇ ਬੱਧੇ ਆਉਂਦੇ ਜਾਂਦੇ ਰਹਿੰਦੇ ਸੰਸਾਰ ਵਿੱਚ। ਪਰ ਮਹਾਰਾਜ ਕਿਹਾ, ਜੇਤਾ ਕੀਤਾ, ਜਿੰਨਾ ਇਹ ਸੰਸਾਰ ਕੀਤਾ ਵਾਹਿਗੁਰੂ ਨੇ, ਤੇਤਾ ਨਾਉ, ਸਭ ਤੇ ਉਹਨਾਂ ਨਾਮ ਰੂਪ ਹੀ ਹੈ। ਭਗਤਾਂ ਨੂੰ ਸਭ ਥਾਵਾਂ ਤੇ ਮਹਾਰਾਜ ਪ੍ਰਗਟ ਹੋ ਜਾਂਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਕਿ ਸੰਸਾਰ ਜਿਹੜਾ ਬਣਾਇਆ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਜਿਹੜੀ ਵਾਰੀ ਤੈਨੂੰ ਪ੍ਰਾਪਤ ਹੋਈ ਹੈ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਫਿਰ ਕਿਹਾ, ਅਵਰ ਕਾਜ ਤੇਰੇ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵਾਹਿਗੁਰੂ ਦਾ ਨਾਮ ਜਪ ਲੈ। ਇਸ ਕਰਕੇ ਇਹ ਜਿੰਨਾ ਕੁ ਸੰਸਾਰ ਕੀਤਾ ਹੈ ਸਭ ਨਾਮ ਜਪਣ ਵਾਸਤੇ ਕੀਤਾ ਹੈ। ਵਿਣ ਨਾਵੈ ਨਾਹੀ ਕੋ ਥਾਉ। ਵਾਹਿਗੁਰੂ ਦਾ ਨਾਮ ਜਪੇ ਤੋਂ ਬਿਨਾਂ ਕਿਸੇ ਨੂੰ ਵੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲਦੀ। ਸਰੂਪ ਰੂਪੀ ਥਾਂ ਨਹੀਂ ਮਿਲਦੀ, ਸੱਚਖੰਡ ਰੂਪੀ ਥਾਂ ਨਹੀਂ ਮਿਲਦੀ, ਸੁਖ ਰੂਪੀ ਥਾਂ ਨਹੀਂ ਮਿਲਦੀ, ਪ੍ਰਾਪਤੀ ਨਹੀਂ ਹੁੰਦੀ। ਖੂਹ ਦੀਆਂ ਟਿੰਡਾਂ ਵਾਂਗ ਬਾਰ-ਬਾਰ ਜੂਨਾਂ 'ਚ ਭਰਮਦੇ ਭਟਕਦੇ ਉਹ ਰਹਿੰਦੇ ਆ। ਕਿਉਂਕਿ ਮਹਾਰਾਜ ਨੇ ਕਿਹਾ, ਵਿਣ ਨਾਵੈ ਨਾਹੀ ਕੋ ਥਾਉ। ਨਾਮ ਜਪੇ ਤੋਂ ਬਿਨਾਂ ਕਿਸੇ ਨੂੰ ਵੀ ਕੋਈ ਥਾਂ ਨਹੀਂ, ਸੁੱਖ ਨਹੀਂ। ਜੇ ਕੋਈ ਕਹੇ ਕਿ ਮੈਨੂੰ ਜਿਹੜਾ ਹੈ ਉਹ ਸੁੱਖ ਹੈ, ਤੇ ਉਹ ਸੰਸਾਰ ਦੇ ਮਹਾਰਾਜ ਕਹਿੰਦੇ ਭਾਈ ਨਾਸ਼ ਹੋ ਜਾਣ ਵਾਲੇ ਸੁੱਖ ਹਨ। ਜਿੰਨਾ ਵੀ ਮਹਾਰਾਜ ਨੇ ਸੰਸਾਰ ਰਚਿਆ ਹੈ ਉਹਨਾਂ ਸਾਰਾ ਨਾਮ ਦੇ ਆਸਰੇ ਤੇ ਰਚਿਆ ਹੈ। ਨਾਮ ਤੋਂ ਬਿਨਾਂ ਕੋਈ ਥਾਂ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਨਾਮ ਨਾਲ ਹੀ ਸਾਰੇ ਸੁੱਖ ਰੂਪੀ ਥਾਂ, ਸੱਚਖੰਡ ਰੂਪੀ ਥਾਂ, ਸਰੂਪ ਰੂਪੀ ਥਾਂ, ਇਹ ਸਾਰੀ ਨਾਮ ਦੇ ਜਪਣ ਨਾਲ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੁੰਦੀ ਹੈ। ਤੇ ਅਖੀਰਲੀਆਂ ਪੰਕਤੀਆਂ ਸੱਚੇ ਪਾਤਸ਼ਾਹ ਮਹਾਰਾਜ ਪੌੜੀ ਸਮਾਪਤੀ ਕਰਦੇ ਹੋਏ, ਜਿਹੜੀਆਂ ਸਾਰੀਆਂ ਪਹਿਲੀਆਂ 2 ਪੌੜੀਆਂ ਵਿੱਚ ਪੰਕਤੀਆਂ ਆਉਂਦੀਆਂ ਨੇ, ਕੁਦਰਤ ਕਵਣ ਕਹਾ ਵਿਚਾਰ। ਮਹਾਰਾਜ ਕਹਿੰਦੇ ਸਿੱਧੋ ਉਸ ਪਰਮੇਸ਼ਰ ਦੀ ਕੁਦਰਤ ਸ਼ਕਤੀ ਦਾ ਕਿਤਨਾ ਕੁ ਵਿਚਾਰ ਕਰਕੇ ਦੇਖੀਏ, ਉਹਦਾ ਤਾਂ ਵਰਣਨ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਵਾਰਿਆ ਨਾ ਜਾਵਾ ਏਕ ਵਾਰ। ਉਸ ਦਾ ਇੱਕ ਵਾਰ ਕੀ ਰੋਮ ਮਾਤਰ ਵੀ ਵਾਰਿਆ ਕੀ ਵਰਣਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਤੇ ਫਿਰ ਮਹਾਰਾਜ ਨੂੰ ਪੁੱਛਦੇ ਛੁਟਕਾਰਾ ਕਿਵੇਂ ਹੁੰਦਾ? ਮਹਾਰਾਜ ਕਹਿੰਦੇ ਇਉਂ ਆਖੋ, ਜੋ ਤੁਧ ਭਾਵੈ ਸਾਈ ਭਲੀ ਕਾਰ। ਉਸ ਦੀ ਰਜਾ ਵਿੱਚ ਚੱਲੀਏ, ਬੇਨਤੀ ਕਰੀਏ, ਇਹ ਪਰਮੇਸ਼ਰ
ਜੋ ਤੁਧ ਆਪ ਜੀ ਨੂੰ ਭਾਉਂਦਾ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਹੀ ਚੰਗੀ ਆਕਾਰ, ਉਹੀ ਸਾਡਾ ਮਹਾਰਾਜ ਭਲਾ ਹੈ। ਜੋ ਆਪ ਜੀ ਨੂੰ ਭਾਉਂਦਾ ਹੈ ਉਹ ਮਹਾਰਾਜ ਸਾਡੇ ਹਿਰਦੇ ਵਿੱਚ ਮਿੱਠਾ ਲੱਗੇ, ਚੰਗਾ ਲੱਗੇ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਪਿੱਛੇ ਵੀ ਸਦਾ ਸਲਾਮਤ ਅਸਥਿਤ ਰੂਪ ਸੀ, ਹੁਣ ਵੀ ਸਦਾ ਰਹਿਣ ਵਾਲਾ ਹੈ। ਇਹ ਨਿਰੰਕਾਰ ਅੱਗੇ ਨੂੰ ਵੀ ਹੋਵੇਗਾ। ਇਉਂ ਤਿੰਨਾਂ ਕਾਲਾਂ ਵਿੱਚ ਜਾਣੀਏ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਸਦਾ ਰਹਿਣ ਵਾਲਾ ਪਰਮੇਸ਼ਰ ਅਟਲ ਹੈ, ਅਬਨਾਸੀ ਹੈ, ਅਨਾਦੀ ਹੈ। ਉਹਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅੰਤ ਜਿਹੜਾ ਹੈ ਨਾ ਉਹ ਨਹੀਂ ਪਾਇਆ ਜਾ ਸਕਦਾ। ਉਹ ਅਨੰਤ ਪਰਮੇਸ਼ਰ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਨਾਮ ਨੂੰ ਜਪੀਏ ਤੇ ਨਾਮ ਜਪ ਕਰਕੇ ਵਾਹਿਗੁਰੂ ਜੀ ਦੇ ਸਰੂਪ ਦਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਕਰੀਏ। ਇੱਕ ਵਾਰੀ ਅੱਖਰੀ ਅਰਥ ਜਿਹੜੇ ਆ ਤੁਸੀਂ ਫਿਰ ਧਿਆਨ ਦੇਣਾ ਤੇ ਫਿਰ ਆਪਾਂ ਸਮਾਪਤੀ ਕਰਦੇ ਆ। 3 ਮਿੰਟ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਪਰਮੇਸ਼ਰ ਦੇ ਨਾਮ ਅਣਗਿਣਤ ਹਨ, ਉਹਦੇ ਰਹਿਣ ਵਾਲੇ ਥਾਂ ਅਣਗਿਣਤ ਹਨ। ਮਨ ਦੀ ਗਮਤਾ ਕਰਕੇ, ਇੰਦਰੀਆਂ ਦੀ ਗਮਤਾ ਕਰਕੇ ਉਹ ਪਹੁੰਚ ਤੋਂ ਪਰੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕਾਂ ਕਰਕੇ ਵੀ ਉਹਨੂੰ ਜਾਣਿਆ ਨਹੀਂ ਜਾ ਸਕਦਾ, ਅਥਵਾ ਲੋਕ ਵੀ ਅਸੰਖੀ ਹਨ, ਅਣਗਿਣਤ ਹਨ। ਅਥਵਾ ਪ੍ਰਕਾਸ਼ ਜਿਹੜਾ ਹੈ ਪਰਮੇਸ਼ਰ ਦਾ, ਮਹਾਰਾਜ ਕਹਿੰਦੇ ਭਾਈ ਉਸ ਪ੍ਰਕਾਸ਼ ਦੀ ਵੀ ਜਿਹੜੀ ਆ ਨਾ ਕੋਈ ਗਿਣਤੀ, ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜੇ ਗਿਣਤੀ ਵਿੱਚ ਪਈਏ ਤੇ ਅੰਤ ਜਾਣਨ ਵੱਲ ਪਈਏ ਫਿਰ ਮਹਾਰਾਜ ਕਹਿੰਦੇ ਸਿਰ ਤੇ ਭਾਰ ਚੜ੍ਹਦਾ ਹੈ ਤੇ ਉਹ ਬੰਧਨਾਂ ਦਾ ਭਾਰ ਨਹੀਂ ਲੱਥਦਾ। ਜੇ ਉਸ ਨੂੰ ਅਣਗਿਣਤ ਬੇਅੰਤ ਕਹਿੰਦੇ ਹੋਏ ਕੁਦਰਤ ਨੂੰ ਜਾਣ ਦੇ ਕਾਦਰ ਵਿੱਚ ਅਭੇਦ ਹੋਈਏ ਫਿਰ ਵਿਸਮਾਦ ਤੇ ਆਨੰਦ ਬਣ ਜਾਂਦਾ, ਸਿਰ ਤੋਂ ਭਾਰ ਵੀ ਫਿਰ ਲੱਥਦਾ ਹੈ। ਤੇ ਉਸ ਦੀ ਸਿਫਤ ਸਲਾਹ ਮਹਾਰਾਜ ਕਹਿੰਦੇ ਕਿਵੇਂ ਕੀਤੀ ਜਾਂਦੀ ਹੈ। ਅੱਖਰੀ ਨਾਮ, ਅੱਖਰੀ ਸਾਲਾਹ, ਅੱਖਰਾਂ ਦੁਆਰਾ ਨਾਮ ਜਪਿਆ ਜਾਂਦਾ, ਅੱਖਰਾਂ ਦੁਆਰਾ ਉਹਦੀ ਸਿਫਤ ਸਲਾਹ ਵਡਿਆਈ ਕੀਤੀ ਜਾਂਦੀ ਹੈ, ਅੱਖਰਾਂ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਗੀਤ ਦੇ ਉਹਦੀ ਉਸਤਤ ਦੇ ਗੀਤ ਗਾਉਣ ਦੀ ਦਾਤ ਤੇ ਗੁਣਾਂ ਦੇ ਗਾਹ ਥਾਂ ਬਣ ਜਾਈਦਾ ਜੇ ਅੱਖਰਾਂ ਨਾਲ ਸਿਫਤ ਕਰੀਏ। ਅੱਖਰਾਂ ਕਰਕੇ ਲਿਖਿਆ ਜਾਂਦਾ ਹੈ, ਅੱਖਰਾਂ ਕਰਕੇ ਬੋਲਣਾ ਹੁੰਦਾ ਹੈ ਬਾਣੀ ਦਾ। ਅੱਖਰਾਂ ਸਿਰ ਸੰਜੋਗ ਵਿਖਾਣ, ਅੱਖਰਾਂ ਦੇ ਨਾਲ ਹੀ ਸਿਰ ਦੇ ਉੱਤੇ ਜਿਹੜੇ ਆ ਨਾ ਸੰਜੋਗ ਪਦਾਰਥਾਂ ਦੇ ਮਿਲਾਪ ਤੇ ਇਸ ਪ੍ਰਕਾਰ ਜਿਹੜਾ ਉਹ ਵਿਖਿਆਨ ਕਰਨਾ ਜਾਂ ਕਥਨ ਕਰਨਾ, ਇਹ ਅੱਖਰਾਂ ਦੁਆਰਾ ਹੀ ਲਿਖਿਆ ਹੈ। ਜਿਸ ਵਾਹਿਗੁਰੂ ਨੇ ਸਭ ਦੇ ਸਿਰ ਦੇ ਉੱਤੇ ਇਹ ਲਿਖਿਆ ਹੋਇਆ ਹੈ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਆਪਣੇ ਉਹਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ, ਉਹਦੇ ਆਪਣੇ ਸਿਰ ਤੇ ਕੋਈ ਲੇਖ ਨਹੀਂ, ਉਹ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਨਹੀਂ। ਤੇ ਜੇ ਫਰਮਾਏ ਤਿਵ ਤੇ ਪਾਹੇ, ਜਿਸ ਤਰ੍ਹਾਂ ਜੀਵਾਂ ਦੇ ਲੇਖਾਂ ਦੇ ਤਾਈਂ ਵਾਹਿਗੁਰੂ ਜੀ ਫਰਮਾਉਂਦੇ ਆ ਤਿਵੇਂ ਦੇ ਲੇਖ ਜਿਹੜੇ ਆ ਉਹ ਪੈ ਜਾਂਦੇ ਹਨ। ਜੀਵ ਦੀ ਆਪਣੀ ਵਾਸ਼ਨਾ ਦੇ ਮੁਤਾਬਕ, ਉਹਦੇ ਕੀਤੇ ਕਰਮਾਂ ਦੇ ਮੁਤਾਬਕ ਇਹ ਸੰਸਾਰ ਵਾਹਿਗੁਰੂ ਜੀ ਨੇ ਨਾਮ ਜਪਣ ਲਈ ਕੀਤਾ ਹੈ। ਜਿੰਨਾ ਕੁ ਇਹ ਆਕਾਰ ਬਣਾਇਆ ਹੈ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਨਾਮ ਜਪੇ ਤੋਂ ਬਿਨਾਂ ਕਿਸੇ ਨੂੰ ਕੋਈ ਥਾਂ ਨਹੀਂ ਸੁੱਖ ਦੀ ਪ੍ਰਾਪਤ ਹੁੰਦੀ। ਇਸ ਕਰਕੇ ਮਹਾਰਾਜ ਕਹਿੰਦੇ ਕਿਹੜੀ ਵਿਚਾਰ ਨਾਲ ਉਸ ਦੀ ਕੁਦਰਤ ਬਾਰੇ ਦੱਸੀਏ। ਉਹਦੇ ਤੋਂ ਤਾਂ ਮਹਾਰਾਜ ਕਹਿੰਦੇ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ, ਇੱਕ ਰੋਮ ਮਾਤਰ ਵੀ ਉਹਦਾ ਵਰਣਨ ਨਹੀਂ ਕੀਤਾ ਜਾਂਦਾ। ਇਹੀ ਕਹਿਣਾ ਬਣਦਾ ਹੈ ਕਿ ਹੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਹੈ ਉਹੀ ਕਾਰ ਭਲੀ ਹੈ, ਤੂੰ ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਸਤ ਸਰੂਪ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਧਾਂ ਦੇ ਤਾਈਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਤੇ ਇੱਥੇ ਤੱਕ ਜਪਜੀ ਸਾਹਿਬ ਦਾ ਤਕਰੀਬਨ 19 ਪੌੜੀਆਂ ਹੋਈਆਂ ਤੇ ਮੱਧ ਜਾਣ ਲਓ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਹੌਲੀ ਹੌਲੀ ਚੱਲਿਆ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਮਿਹਰ ਨਾਲ ਜਿਹੜੀ ਹੈ ਉਹ ਸਫਲਤਾ ਗਾਂਹ ਵੀ ਮਿਲੇਗੀ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਤਾਂ ਹੌਲੀ ਹੌਲੀ ਆਪਾਂ ਜਪਜੀ ਸਾਹਿਬ ਤੇ ਥੋੜ੍ਹਾ ਜਿਹਾ ਵਿਸਥਾਰ ਹੋਵੇਗਾ ਤੇ ਅੱਗੇ ਫਿਰ ਆਪਾਂ ਜਿਹੜਾ ਹੈ ਉਹ ਥੋੜ੍ਹਾ ਜਿਹਾ ਚਾਲ ਨਾਲ ਰੋਜ਼ ਪਾਠ ਵੀ ਜਿੰਨਾ ਪਾਠ ਸੁੱਧ ਕਰਾਂਗੇ ਤੇ ਉਨੀ ਹੀ ਬਾਣੀ ਦੇ ਆਪਾਂ ਅਰਥ ਨਾਲ ਸਰਵਣ ਕਰਿਆ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।